सब तो पहला तो पास्टर गुरचंद सिंह दे वल्लों आई हुई वे ऑफ फेथ मिनिस्ट्री रेतगढ़ दे बहुत बड़े परिवार नूं सब नूं जय मसीह दी प्रवान करना जी। अज असीं बहुत जरूरी गल करांगे। मेरे भैन भरा बहुत कहते ने कि पास्टर जी मैं ठीक नहीं होया, मैं बीमार हाँ, मेरा दर्द नहीं गया, मेरे घर च सुख शांति नहीं आई। की तुसी अज दा खात्मा करना चाहते हो हमेशा लई? यस। तो फिर अज वो खात्मे होणगे यीशु दे नाम दे विच। हालेलुया। वो खात्मे होणगे यीशु दे नाम दे विच। जिहड़े भैन भरा कहंदे ने कि साडा कुछ नहीं होया, प्रभु दे विच भी चल रहे हां ते साडी प्रार्थना सुनी पता नहीं क्यों नहीं जांदी, पता नहीं बीमारी क्यों आ गई। मेरे प्यारेओ ये बीमारी तां आई है जिस दिन ये बीमारी ठीक होगी तुसी राजे बन जाना यीशु दे नाम दे। ये तुहानू तां बीमारी आई है कि तुहानू राजा बनाया जावे। की बनाया जावे? राजा बनाया जावे। बोलो की बनना तुसी? राजा बनना चाहते हो? यस। हाथ खड़े कर दे फिर आज। हालेलुया। आज राजे बनोगे फिर। चल बेटा पढ़ दे फिर प्रकाश दी पुथी 2:10 पढ़। हालेलुया। हालेलुया। बचन ध्यान नाल सुनना। ਜਿਹੜੇ ਦੁੱਖ ਤੇ ਭੋਗਣੇ ਹਨ ਤੂੰ ਉਹਨਾਂ ਤੋਂ ਨਾ ਡਰੀ। ਹਾਲੇਲੂਇਆ। ਕੀ ਨਾ ਕਰੀ? ਡਰੀ ਨਾ। ਫਿਰ ਅਸੀਂ ਕਿਉਂ ਡਰਦੇ ਆ? ਪਰਮੇਸ਼ਰ ਦਾ ਵਚਨ ਕਹਿੰਦਾ ਜਿਹੜੇ ਦੁੱਖ ਤੈਂ ਭੋਗਣੇ ਨੇ ਤੂੰ ਉਹਨਾਂ ਤੋਂ ਨਾ ਡਰੀ। ਬੋਲੋ ਕੀ ਨਾ ਕਰੀ? ਬੋਲ ਦੋ ਕੀ ਨਾ ਕਰੀ। ਫਿਰ ਅਸੀਂ ਕੀ ਕਰਦੇ ਆ? ਡਰਦੇ ਆ ਜਾਂ ਨਿੱਡਰ ਰਹਿੰਦੇ ਆ? ਬੋਲੋ। ਰਾਤ ਨੂੰ ਪਾਸਟਰ ਨੂੰ ਸੌਣ ਵੀ ਨਹੀਂ ਦਿੰਦੇ, 2-2 ਵਜੇ ਕਹਿਣਗੇ ਪਾਸਟਰ ਜੀ ਭਿਆਨਕ ਜਿਹਾ ਸੁਪਨਾ ਆ ਗਿਆ ਜੀ। ਉਹ ਤੈਨੂੰ ਤਾਂ ਸੁਪਨੇ ਨੇ ਜਗਾਤਾ, ਤੂੰ ਮੈਨੂੰ ਕਿਉਂ ਜਗਾਤਾ ਬਈ? ਮੈਂ ਤਾਂ ਘੰਟੇ 2 ਘੰਟੇ ਬੜੀ ਮੁਸ਼ਕਲ ਨਾਲ ਸੋਣਾ ਤੇ ਇਹਦਾ ਮੈਨੂੰ ਵੀ ਜਗਾਤਾ। ਸਾਡੇ ਚ ਪੇਸ਼ੈਂਸ ਕਿਉਂ ਨਹੀਂ ਹੈ? ਸਾਡੇ ਚ ਧੀਰਜ ਕਿਉਂ ਨਹੀਂ ਹੈ? ਹੁਣ ਪਰਮੇਸ਼ਰ ਦਾ ਵਚਨ ਕਹਿੰਦਾ ਜਿਹੜੇ ਦੁੱਖ ਤੈਂ ਭੋਗਣੇ ਨੇ ਉਹਨਾਂ ਤੋਂ ਨਾ ਡਰੀ। ਬੋਲੋ ਕੀ ਨਾ ਕਰੇ? ਮੇਰੇ ਪਿਆਰਿਓ ਜੇਕਰ ਸਾਡਾ ਸਿਰ ਦਰਦ ਹੁੰਦਾ, ਜੇਕਰ ਹਲਕਾ ਜਿਹਾ ਬੁਖਾਰ ਹੁੰਦਾ, ਜੇਕਰ ਮਾੜਾ ਜਿਹਾ ਲੱਤਾਂ ਬਾਹਾਂ 'ਚ ਦਰਦ ਹੁੰਦਾ, ਉਹ ਜੇ ਇੰਨੇ ਕ ਦਰਦ ਦੇ ਨਾਲ ਤੁਹਾਡਾ ਨਾਮ ਸਵਰਗ 'ਚ ਲਿਖਿਆ ਗਿਆ ਤਾਂ ਬਹੁਤ ਵਧੀਆ, ਬੜੇ ਚੰਗੇ ਹੋ ਤੁਸੀਂ। ਆਮੀਨ। ਬੜੇ ਚੰਗੇ ਹੋ ਤੁਸੀਂ। ਜਾ ਕੇ ਦੇਖੋ ਹਸਪਤਾਲਾਂ ਦੇ ਵਿੱਚ ਉਹ ਬਿਮਾਰੀਆਂ ਸੁਣ ਕੇ ਡਰ ਲੱਗਦਾ, ਪਤਾ ਨਹੀਂ ਦਵਾਈਆਂ ਬਣੀਆਂ ਵੀ ਨਹੀਂ, ਪਤਾ ਨਹੀਂ ਬਿਮਾਰੀਆਂ ਸੁਣ ਕੇ ਹੀ ਡਰ ਲੱਗਦਾ। ਮੇਰੇ ਪਿਆਰਿਓ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੰਦਰੁਸਤੀ ਨੂੰ ਪ੍ਰਾਪਤ ਕੀਤਾ ਹੋਇਆ। ਅਸੀਂ ਧੰਨਵਾਦ ਕਰਦੇ ਹਾਂ ਉਹਦਾ ਜਿਹਨੇ ਆਪਣੇ ਲਹੂ ਨੂੰ ਦੇ ਕੇ ਸਾਨੂੰ ਸ਼ੈਤਾਨ ਤੋਂ ਮੁੱਲ ਖਰੀਦ ਲਿਆ ਔਰ ਅੱਜ ਅਸੀਂ ਤੰਦਰੁਸਤ ਬੈਠੇ ਹਾਂ। ਜੇ ਮਾੜਾ ਮੋਟਾ ਕੰਮ ਕਰਨ ਦੇ ਨਾਲ ਥਕਾਵਟ ਥੋੜੀ ਆ ਗਈ ਤਾਂ ਘਬਰਾਇਓ ਨਾ, ਉਹ ਪ੍ਰਾਰਥਨਾ 'ਚ ਬਹਿ ਜਾਓ ਤਾਂ ਉਸੇ 9/9 ਹੋ ਜਾਣਾ ਉਸੇ ਟਾਈਮ। ਹਾਲੇਲੂਇਆ। ਉਹ ਮੈਂ ਇੱਕ ਦਿਨ ਹਸਪਤਾਲ 'ਚ ਗਿਆ ਤੇ ਮੈਨੂੰ ਕਿਸੇ ਨੇ ਗੱਡੀ ਨਹੀਂ ਲਗਾਉਣ ਦਿੱਤੀ ਹਸਪਤਾਲ ਦੇ ਵਿੱਚ। ਇੱਕ ਆਇਆ ਪੈਂਟ ਕੋਟ ਪਾਇਆ ਹੋਇਆ ਉਹਦੇ, ਮੈਨੂੰ ਕਹਿੰਦਾ ਜੀ ਗੱਡੀ ਇੱਥੇ ਨਾ ਲਗਾਓ, ਤੁਸੀਂ ਗੱਡੀ ਅੱਗੇ ਲਗਾਓ। ਤੇ ਨਾਲੇ ਉਹਦੇ ਇੱਕ ਮੈਂ ਥੈਲੀ ਜੀ ਦੇਖੀ ਬਰਾਬਰ ਬੰਨੀ ਹੋਈ ਤੇ ਕੁਦਰਤੀ ਮੇਰੀ ਨਿਗਾਹ ਪੈ ਗਈ। ਮੈਂ ਕਿਹਾ ਭਾਈ ਸਾਹਿਬ ਜੀ ਆਹ ਥੈਲੀ ਕਾਹਦੀ ਬੰਨੀ ਹੋਈ ਹੈ ਤੁਸੀਂ? ਕਹਿੰਦਾ ਜੀ ਮੇਰੇ ਲੈਟਰਿੰਗ ਵਾਲੀ ਥੈਲੀ ਲੱਗੀ ਹੋਈ ਹੈ। ਔਰ ਬੰਦਾ ਇਹਨਾਂ ਜੰਗ ਤੇ ਐਡਾ ਸੋਹਣਾ। ਹੁਣ ਇੱਥੇ ਬਚਨ ਕੀ ਕਹਿੰਦਾ? ਕਹਿੰਦਾ ਜਿਹੜੇ ਦੁੱਖ ਤੈਂ ਭੋਗਣੇ ਨੇ ਉਹਨਾਂ ਤੋਂ ਨਾ ਡਰੀ। ਮੈਂ ਇਹ ਨਹੀਂ ਕਹਿੰਦਾ ਵੀ ਉਹਨੂੰ ਦੁੱਖ ਲੱਗਿਆ ਹੋਇਆ। ਜੇ ਉਹ ਬੰਦਾ ਐਡੇ ਦੁੱਖ ਨੂੰ ਲੈ ਕੇ ਵੀ ਖੁਸ਼ੀ ਮਹਿਸੂਸ ਕਰ ਲਿਆ, ਉਹ ਫਿਰ ਤੁਹਾਡਾ ਤਾਂ ਸਿਰ ਦਰਦ ਤੋਂ ਬਿਨਾ ਕੋਈ ਦੁੱਖ ਹੀ ਨਹੀਂ ਹੁੰਦਾ ਤੁਹਾਨੂੰ। ਅਸੀਂ ਫੱਟਦੇ ਨੇ ਕਹਿ ਦਿੰਦੇ ਆ ਕਿ ਪਾਸਟਰ ਜੀ ਪਤਾ ਨਹੀਂ ਪ੍ਰਾਰਥਨਾ ਕਰਦੇ ਹੋ ਤੁਸੀਂ ਸਾਡੇ ਲਈ, ਪਤਾ ਨਹੀਂ ਕਰਦੇ। ਅੱਗੇ ਪੜ੍ਹਦੇ ਬੇਟਾ ਬਚਨ। ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ। ਸ਼ੈਤਾਨ ਕੀ ਕਰੇਗਾ? ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ। ਕੈਦ ਵਿੱਚ ਪਾ ਦੇਗਾ। ਕਿਉਂ ਪਾਏਗਾ ਕੈਦ ਵਿੱਚ? ਕਿਉਂਕਿ ਤੁਹਾਨੂੰ ਦੁੱਖ ਦਿੱਤਾ ਜਾਵੇ। ਕੀ ਦਿੱਤਾ ਜਾਵੇ? ਦੁੱਖ ਦਿੱਤਾ ਜਾਵੇ। ਪੌਲੁਸ ਤੇ ਸਿਲਾਸ ਨੂੰ ਕੈਦ ਵਿੱਚ ਕਿਉਂ ਕੀਤਾ ਸੀ? ਕਿਉਂਕਿ ਉਹਨਾਂ ਨੂੰ ਦੁੱਖ ਦਿੱਤਾ ਗਿਆ ਸੀ।
ਉਹਨਾਂ ਨੇ ਦੁੱਖ ਮਹਿਸੂਸ ਕੀਤਾ ਅੰਦਰ ਜਾ ਕੇ ਕੈਦਖਾਨੇ 'ਚ ਵੀ ਦੇਖੋ ਜੀ ਸਾਨੂੰ ਤਾਂ ਹੁਣ ਬੰਦ ਕਰਤਾ, ਪਤਾ ਨਹੀਂ ਮਰਾਂਗੇ, ਪਤਾ ਨਹੀਂ ਸਾਨੂੰ ਤਾਂ ਮਾੜਾ ਜਿਹਾ ਬੁਖਾਰ ਵੀ ਹੋ ਜੇ, ਸਰੀਰ 'ਚੋਂ ਮਾੜੀ ਜਿਹੀ ਉਲਟੀ ਵੀ ਆ ਜੇ, ਉਹਦੀ ਕਹਿ ਦਿੰਦੇ ਪਤਾ ਨਹੀਂ ਮਰਾਂਗੇ, ਪਤਾ ਨਹੀਂ। ਉਹ ਮੇਰੇ ਪਿਆਰਿਓ, ਜਦੋਂ ਪੌਲੁਸ ਤੇ ਸਿਲਾਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਉੱਥੇ ਉਹਨਾਂ ਨੇ ਜੇਲ੍ਹ ਦੇ ਵਿੱਚ ਅਫਸੋਸ ਨਹੀਂ ਕੀਤਾ ਕਿ ਸਾਨੂੰ ਕੈਦਖਾਨੇ ਦੇ ਵਿੱਚ ਪਾ ਦਿੱਤਾ। ਉੱਥੇ ਉਹਨਾਂ ਨੇ ਖੁਸ਼ੀ ਮਨਾਈ ਔਰ ਭਜਨ ਗਾਏ ਕਿ ਜੇਲ੍ਹ ਦੇ ਦਰਵਾਜ਼ੇ ਹੀ ਤੋੜ ਦਿੱਤੇ ਪਰਮੇਸ਼ਰ ਨੇ। ਹਾਲੇਲੂਇਆ, ਹਾਲੇਲੂਇਆ। ਉਹ ਜੇਕਰ ਉਹਨਾਂ ਦੇ ਜੇਲ੍ਹ ਦੇ ਦਰਵਾਜ਼ੇ ਟੁੱਟ ਸਕਦੇ ਨੇ ਤਾਂ ਫਿਰ ਇੱਥੇ ਬੈਠੀਆਂ ਮੇਰੀਆਂ ਭੈਣਾਂ ਤੇ ਭਰਾਵਾਂ ਦੇ ਦਰਵਾਜ਼ੇ ਟੁੱਟਣਗੇ ਯਿਸੂ ਦੇ ਨਾਮ ਤੇ। ਹਾਲੇਲੂਇਆ, ਹਾਲੇਲੂਇਆ। ਅੱਜ ਘਬਰਾਣਾ ਨਹੀਂ ਹੈ, ਉਹ ਅੱਜ ਦਰਵਾਜ਼ਿਆਂ ਦੇ ਟੁੱਟਣ ਦਾ ਟਾਈਮ ਆ ਚੁੱਕਿਆ, ਟੁੱਟਣ ਦਾ ਟਾਈਮ ਆ ਚੁੱਕਿਆ। ਮੇਰੇ ਪਿਆਰਿਓ, ਦੁੱਖ ਤਾਂ ਸਾਰਿਆਂ ਦੇ ਉੱਤੇ ਆਉਂਦੇ ਨੇ, ਲੇਕਿਨ ਜਿਹੜਾ ਬੰਦਾ ਉਸ ਦੁੱਖ ਦੇ ਵਿੱਚ ਖੜਿਆ ਪਰਮੇਸ਼ਰ ਦੇ ਨਾਲ ਰਹੇ ਤਾਂ ਉਹ ਬੰਦਾ ਇੱਕ ਦਿਨ ਉੱਚਾ ਕੀਤਾ ਜਾਂਦਾ ਤੇ ਉਹ ਅਮੀਰ ਬਣ ਜਾਂਦਾ। ਹਾਲੇਲੂਇਆ, ਸਾਰੇ ਘਰਾਣੇ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਅੱਗੇ ਵਚਨ ਪੜ੍ਹਦੇ ਬੇਟਾ। ਭਾਈ ਤੁਸੀਂ ਵਰਤਾਏ ਜਾਓ। ਕਿਉਂ ਕਿਉਂ ਬਿਮਾਰੀ ਆਈ ਹੈ ਤੁਹਾਡੇ ਉੱਤੇ? ਦੁਬਾਰਾ ਪੜ੍ਹਦੇ ਸਾਰਾ ਵਚਨ ਸ਼ੁਰੂ ਤੋਂ ਲੈ ਕੇ। ਜਿਹੜੇ ਦੁੱਖ ਤੇ ਭੋਗਣੇ ਹਨ, ਜਿਹੜੇ ਦੁੱਖ ਤੇ ਭੋਗਣੇ ਹਨ, ਉਹਨਾਂ ਤੋਂ ਨਾ ਡਰੀ, ਉਹਨਾਂ ਤੋਂ ਨਾ ਡਰੀ। ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਹਾਂ, ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ। ਸ਼ੈਤਾਨ ਤੁਹਾਨੂੰ ਕਈਆਂ ਨੂੰ ਕੈਦ ਵਿੱਚ ਵੀ ਪਾ ਦੇਗਾ। ਅੱਗੇ ਭਾਈ ਤੁਸੀਂ ਵਰਤਾਏ ਜਾਓ। ਹਾਲੇਲੂਇਆ। ਕਿਉਂ ਪਾਏਗਾ? ਤਾਂ ਕਿ ਤੁਸੀਂ ਵਰਤਾਏ ਜਾਓ। ਕਈ ਤਾਂ ਪ੍ਰਤਿਆਵਿਆਂ 'ਚ ਪਾਸ ਹੋ ਜਾਂਦੇ ਨੇ, ਕਈ ਪ੍ਰਤਿਆਵਿਆਂ ਦੇ ਵਿੱਚੋਂ ਫੇਲ ਹੋ ਜਾਂਦੇ ਨੇ। ਮੇਰੀ ਗੱਲ ਯਾਦ ਰੱਖਿਓ ਮੇਰੇ ਅਜ਼ੀਜ਼ੋ, ਜੇਕਰ ਤੁਸੀਂ ਪ੍ਰਤਿਆਵਿਆਂ ਦੇ ਵਿੱਚੋਂ ਪਾਸ ਹੋ ਗਏ, ਇੱਕ ਦਿਨ ਐਦਾਂ ਦਾ ਆਏਗਾ ਕਿ ਤੁਹਾਨੂੰ ਉੱਚਾ ਕੀਤਾ ਜਾਏਗਾ ਯਿਸੂ ਮਸੀਹ ਦੇ ਨਾਮ ਤੇ। ਆਮੀਨ, ਹਾਲੇਲੂਇਆ। ਜੇ ਤੁਸੀਂ ਉਹਨਾਂ ਪ੍ਰਤਿਆਵਿਆਂ ਦੇ ਵਿੱਚੋਂ ਫੇਲ ਹੋ ਗਏ, ਉਹ ਫਿਰ ਤੁਸੀਂ ਖੁੰਝੇ ਦਾ ਪੱਥਰ ਬਣ ਜਾਣਾ ਹੈ। ਜੋ ਤੁਹਾਡੇ ਪੱਲੇ ਹੋਏਗਾ ਉਹ ਵੀ ਡਾਕਟਰਾਂ ਨੇ ਕਢਾ ਲੈਣੇ ਆ, ਦਵਾਈ ਨਹੀਂ ਲੱਗਣੀ, ਜਿੱਥੇ ਮਰਜ਼ੀ ਭੱਜ ਲਿਓ। ਕਿਉਂ? ਕਿਉਂਕਿ ਤੁਹਾਡੇ ਸਰੀਰ ਤੇ ਅਧਿਕਾਰ ਕਿਸ ਦਾ ਹੈ ਧਰਤੀ ਦੇ ਉੱਤੇ? ਸ਼ੈਤਾਨ ਦਾ। ਸ਼ੈਤਾਨ ਜਦੋਂ ਤੁਹਾਡੇ ਸਰੀਰ ਨੂੰ ਕੈਪਚਰ ਕਰ ਲੈਂਦਾ ਫਿਰ ਤੁਸੀਂ ਕੈਦਖਾਨੇ ਦੇ ਵਿੱਚ ਪੈਂਦੇ ਹੋ। ਕੈਦਖਾਨੇ ਕਿਹਨੂੰ ਕਿਹਾ ਗਿਆ? ਕੈਦਖਾਨੇ ਇਹ ਨਹੀਂ ਕਿ ਤੂੰ ਜੇਲ੍ਹ 'ਚ ਚਲਾ ਗਿਆ, ਕੈਦਖਾਨਾ ਉਹ ਹੈ ਜੇ ਤੁਹਾਡੇ ਸਰੀਰ ਨੂੰ ਏਡਸ ਦੀ ਬਿਮਾਰੀ ਲੱਗੀ ਤਾਂ ਕੀ ਹੋਗੇ ਤੁਸੀਂ? ਕੈਦਖਾਨੇ ਦੇ ਵਿੱਚ ਆ ਗਏ। ਜੇ ਤੁਹਾਡੇ ਸਰੀਰ ਨੂੰ ਕੈਂਸਰ ਦੀ ਬਿਮਾਰੀ ਲੱਗੀ, ਕੀ ਆ ਗਏ ਤੁਸੀਂ? ਕੈਦਖਾਨੇ ਦੇ ਵਿੱਚ ਆ ਗਏ। ਜੇ ਤੁਹਾਡੇ ਸਰੀਰ ਨੂੰ ਥਾਇਰਾਇਡ ਦੀ ਪ੍ਰੋਬਲਮ ਲੱਗੀ ਤਾਂ ਕਿਹਦੇ ਵਿੱਚ ਆ ਗਏ ਤੁਸੀਂ? ਜੇ ਤੁਹਾਡੇ ਸਰੀਰ ਨੂੰ ਸ਼ੂਗਰ ਦੀ ਪ੍ਰੋਬਲਮ ਲੱਗੀ ਤਾਂ ਕਿਹਦੇ ਵਿੱਚ ਆ ਗਏ? ਬੋਲ ਦਿਓ। ਅੱਜ ਕੈਦਖਾਨੇ ਟੁੱਟਣਗੇ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਵਿਸ਼ਵਾਸ ਕਰਕੇ ਜਾਣਿਓ ਮੇਰੇ ਭੈਣੋ ਤੇ ਭਰਾਵੋ, ਦੁੱਖ ਤਾਂ ਦੋ ਤਰ੍ਹਾਂ ਦੇ ਦੁੱਖ ਨੇ। ਪਰਮੇਸ਼ਰ ਕਹਿੰਦਾ ਜਿਹੜੇ ਦੁੱਖ ਤਾਂ ਝੱਲਣੇ ਨੇ ਉਹਨਾਂ ਤੋਂ ਨਾ ਡਰੀ। ਹੁਣ ਦੁੱਖ ਕਿਹੜੇ ਨੇ? ਇੱਕ ਤਾਂ ਬਿਮਾਰੀਆਂ ਵਾਲੇ ਦੁੱਖ ਨੇ, ਕਿ ਸਾਨੂੰ ਬਿਮਾਰੀ ਆ ਗਈ ਉਹ ਤਾਂ ਸਾਨੂੰ ਝੱਲਣੀ ਪੈਣੀ ਹੈ, ਨਹੀਂ। ਇੱਕ ਦੁਨੀਆ ਦੇ ਦਿੱਤੇ ਹੋਏ ਦੁੱਖ ਨੇ। ਇੱਥੇ ਬਿਮਾਰੀ ਝੱਲਣ ਦੇ ਲਈ ਸਾਨੂੰ ਨਹੀਂ ਬੁਲਾਇਆ ਪਰਮੇਸ਼ਰ ਨੇ ਕਿ ਤੂੰ ਬਿਮਾਰੀਆਂ ਝੱਲਦਾ ਰਹਿ, ਨਹੀਂ। ਉਹ ਬਿਮਾਰੀ ਤਾਂ ਉਹਨੇ ਠੀਕ ਕਰ ਦੇਣੀ ਆ, ਲੇਕਿਨ ਜਿਹੜੇ ਦੂਜੇ ਦੁੱਖ ਸਾਡੇ ਉੱਤੇ ਪੈਂਦੇ ਨੇ, ਦੂਜੇ ਕਿਹੜੇ ਨੇ? ਦੂਜੇ ਦੁੱਖ ਉਹ ਨੇ ਜਦੋਂ ਐਤਵਾਰ ਨੂੰ ਤਿਆਰ ਹੋ ਰਹੇ ਹੁੰਦੇ ਅਸੀਂ ਪਾਊਡਰ ਲਾ ਕੇ ਵੀ ਮੇਰੇ ਜੋ ਖੁਸ਼ਬੂ ਆਣ ਥੋੜੀਆਂ ਜਿਹੀਆਂ। ਹਾਂ, ਗਵਾਂਢੀ ਪੁੱਛਦੇ ਨੇ ਕਿੱਥੇ ਚੱਲੇ? ਵਿਆਹ ਤਾਂ ਨਹੀਂ ਚੱਲਿਆ ਨਾ, ਵੀ ਚਰਚ ਚੱਲਿਆ। ਉਹ ਦੁੱਖ ਹੈ ਜਿਹੜੇ ਲੋਕ ਕਹਿੰਦੇ ਇਹ ਚਰਚ 'ਚ ਪਤਾ ਨਹੀਂ ਕਿਉਂ ਜਾਂਦਾ, ਉੱਥੇ ਪਤਾ ਨਹੀਂ ਇਹਦਾ ਕੀ ਪਿਆ। ਮੇਰੇ ਪਿਆਰਿਓ, ਉਹ ਤੁਸੀਂ ਗਲਤ ਕੰਮ ਕਰਨ ਵਗ ਜਿਓ, ਲੇਕਿਨ ਤੁਹਾਨੂੰ ਤੁਹਾਡੇ ਮਹੱਲੇ ਵਾਲੇ ਹੀ ਕਹਿਣਗੇ ਵੀ ਵਾਹ ਮੁੰਡਾ ਤਾਂ ਬੜਾ ਸਿਆਣਾ ਬਈ, ਇਹ ਤਾਂ ਬੰਦਾ ਹੀ ਬੜਾ ਘੈਂਟ ਹੈ। ਜੇ ਚਰਚ ਦਾ ਨਾਮ ਲੈਤਾ ਸ਼ੈਤਾਨ ਨੂੰ ਅੱਗ ਲੱਗ ਜਾਣੀ ਹੈ ਉਸੇ ਟਾਈਮ। ਉਸੇ ਟਾਈਮ ਤੁਹਾਡੇ ਰਿਸ਼ਤੇਦਾਰ, ਉਸੇ ਟਾਈਮ ਤੁਹਾਡੇ ਅੰਗੀ ਸਾਕੀ, ਉਸੇ ਟਾਈਮ ਤੁਹਾਡੇ ਪੜੋਸੀ ਉਸੇ ਟਾਈਮ ਤੜਿੰਗ ਹੋ ਜਾਣਗੇ ਵੀ ਇਹ ਤਾਂ ਚਰਚ 'ਚ ਚੱਲਿਆ। ਕਿੱਥੇ ਚੱਲਿਆ? ਪਰਮੇਸ਼ਰ ਕਹਿੰਦਾ ਜਿਹੜੇ ਦੁੱਖ ਤੈਂ ਭੋਗਣੇ ਨੇ ਫਿਰ ਉਹਨਾਂ ਤੋਂ ਨਾ ਡਰੀ। ਫਿਰ ਅਸੀਂ ਕਿਉਂ ਉਹਨਾਂ ਲੋਕਾਂ ਤੋਂ ਡਰਦੇ ਆ ਜਿਹੜੇ ਕਹਿੰਦੇ ਨੇ ਉਹਦੇ ਚਰਚ ਜਾ ਰਿਹਾ, ਉਹਦੇ ਠੀਕ ਤਾਂ ਹੈ ਨਹੀਂ, ਇਹ ਨਹੀਂ ਠੀਕ ਹੋ ਸਕਦਾ, ਚਰਚ ਜਾ ਰਿਹਾ। ਫੜੋ ਆਪਣੇ ਪਾਸਟਰ ਨੂੰ ਜਾ ਕੇ ਕਹੋ, ਆਪਣੇ ਪਾਸਟਰ ਨੂੰ ਪ੍ਰਾਰਥਨਾ ਕਰੇ, ਕਹੋ ਆਪਣੇ ਪਾਸਟਰ ਨੂੰ ਐ ਕਰੇ, ਕਹੋ ਆਪਣੇ ਪਾਸਟਰ ਨੂੰ ਐ ਕਰੇ, ਤੁਸੀਂ ਠੀਕ ਤਾਂ ਹੁੰਦੇ ਨਹੀਂ। ਫਿਰ ਮੇਰੇ ਨਾਲ ਚੱਲ, ਬਾਬਾ ਗਰਦਨ ਹਿਲਾਉਂਦਾ 2 ਮਿੰਟਾਂ 'ਚ ਦੱਸ ਦੂ ਕੀ ਹੈ।
ਉਹ ਮੇਰੇ ਪਿਆਰਿਓ, ਇਹ ਸਿੱਖਿਆ ਤੋਂ ਬਾਹਰ ਆ ਜਾਓ। ਪਰਮੇਸ਼ਰ ਤੁਹਾਨੂੰ ਦੁੱਖ ਦੇਣਾ ਨਹੀਂ ਚਾਹੁੰਦਾ। ਪਰਮੇਸ਼ਰ ਤੁਹਾਨੂੰ ਬਿਮਾਰ ਦੇਖਣਾ ਨਹੀਂ ਚਾਹੁੰਦਾ। ਬਿਮਾਰ ਨੂੰ ਤਾਂ ਉਹ ਠੀਕ ਕਰ ਦਿੰਦਾ। ਬਿਮਾਰ ਲੋਕ ਤਾਂ ਯਿਸੂ ਦੇ ਪੱਲੇ ਨੂੰ ਛੂ ਕੇ ਵੀ ਠੀਕ ਹੋ ਜਾਂਦੇ ਨੇ। ਪਰ ਇੱਥੇ ਉਹ ਦੁੱਖ ਦੀ ਗੱਲ ਕਰਦੇ ਆ ਜਿਹੜੀ ਦੁਨੀਆ ਦੁੱਖ ਦਿੰਦੀ ਆ ਮਸੀਹ ਲੋਕਾਂ ਨੂੰ। ਹਾਲੇਲੂਇਆ, ਹਾਲੇਲੂਇਆ। ਜਾਂ ਤਾਂ ਤਾੜੀ ਲਾਇਆ ਕਰੋ ਜਾਂ ਫਿਰ ਲਾਇਆ ਨਾ ਕਰੋ। ਇਹ ਉਹ ਲੋਕਾਂ ਦੀ ਗੱਲ ਕਰਦੇ ਆ ਅਸੀਂ, ਜਿਹੜੇ ਲੋਕ ਤੁਹਾਨੂੰ ਦੁੱਖ ਦਿੰਦੇ ਨੇ। ਮਸੀਹ ਹੋਣ ਦੇ ਨਾਤੇ ਇਹ ਦੁੱਖ ਸਾਨੂੰ ਝੱਲਣੇ ਪੈਣਗੇ। ਕਿਉਂ? ਕਿਉਂਕਿ ਸਾਡੇ ਪਿਤਾ ਨੇ ਵੀ ਦੁੱਖ ਝੱਲੇ ਨੇ, ਯਿਸੂ ਨੇ ਵੀ ਦੁੱਖ ਝੱਲੇ ਨੇ। ਜਦੋਂ ਯਿਸੂ ਲੋਕਾਂ ਨੂੰ ਚੰਗੇ ਕਰ ਦਿੰਦਾ ਸੀ ਤਾਂ ਉਸੇ ਟਾਈਮ ਯਹੂਦੀ ਤੇ ਫਰੀਸੀ ਲੋਕ ਪੁੱਛਦੇ ਸੀ, ਇਹ ਤੇਰੇ ਕੋਲ ਅਧਿਕਾਰ ਕਿਹਨੇ ਦਿੱਤਾ ਠੀਕ ਕਰਨ ਦਾ? ਤੇਰੇ ਕੋਲ ਅਧਿਕਾਰ ਕਿਹਨੇ ਦਿੱਤਾ? ਉਹ ਕਹਿੰਦਾ ਸੀ, ਮੇਰੇ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ। ਯਿਸੂ ਮਸੀਹ ਕੀ ਕਹਿੰਦਾ ਸੀ? ਮੇਰੇ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ। ਔਰ ਇਹ ਵੀ ਲਿਖਤਾ, ਕਹਿੰਦਾ ਮੇਰੀ ਮਰਜ਼ੀ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਜਾ ਸਕਦਾ। ਹਾਲੇਲੂਇਆ, ਹਾਲੇਲੂਇਆ। ਕੋਈ ਵੀ ਨਹੀਂ ਜਾ ਸਕਦਾ। ਸਵਰਗ ਦੇ ਵਿੱਚ ਉਹ ਜਾਣਗੇ ਜਿਹੜੇ ਯਿਸੂ ਨੂੰ ਕਬੂਲ ਕਰਨਗੇ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਇਹ ਬਾਣੀ ਕਹਿ ਰਹੀ ਹੈ, ਪਵਿੱਤਰ ਬਾਣੀ ਕਹਿ ਰਹੀ ਹੈ। ਮੇਰੇ ਪਿਆਰਿਓ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਜਿਹੜੇ ਲੋਕ ਅੱਜ ਤੁਹਾਨੂੰ ਮਾਰਦੇ ਨੇ ਜਾਂ ਅੱਜ ਸਾਨੂੰ ਗੁੱਸਾ ਆਉਂਦਾ ਉਹਨਾਂ ਲੋਕਾਂ ਦੇ ਜਿਹੜੇ ਸਾਨੂੰ ਸਤਾਉਂਦੇ ਨੇ, ਅਸੀਂ ਉਹਨਾਂ ਨੂੰ ਮਾਰਨਾ ਚਾਹੁੰਦੇ ਆ। ਅਸੀਂ ਉਹਨਾਂ ਨੂੰ, ਉਹਨਾਂ ਦੀ ਗਿੱਚੀ ਨੂੰ ਮਰੋੜ ਦੇਣਾ ਚਾਹੁੰਦੇ ਵੀ ਇਹਨੂੰ ਦੂਰ ਕਰ ਦਈਏ ਬਸ ਕਿਸੇ ਤਰੀਕੇ ਨਾਲ। ਜਿਹੜੇ ਬੰਦੇ ਨੇ ਮੈਨੂੰ ਤੰਗ ਕੀਤਾ। ਪਰ ਇੱਕ ਗੱਲ ਜਾਣਿਓ, ਇਹ ਬਿਮਾਰੀਆਂ ਤੁਹਾਡੇ ਤੇ ਤਾਂ ਆਈਆਂ ਨੇ ਕਿਉਂਕਿ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ। ਹਜੇ ਵੀ ਇਹ ਬਿਮਾਰੀਆਂ ਤੁਹਾਡੇ ਉੱਤੇ ਸ਼ਰਾਪ ਤਾਂ ਲੱਗਦੇ ਨੇ ਕਿਉਂਕਿ ਦਿਲ ਦੇ ਵਿੱਚੋਂ ਤੁਸੀਂ ਉਹ ਮੈਲ ਨਹੀਂ ਕੱਢਦੇ ਜਿਹਦੇ ਪ੍ਰਤੀ ਤੁਹਾਡੇ ਅੰਦਰ ਨਫ਼ਰਤ ਫਿੱਟ ਕੀਤੀ ਹੋਈ ਹੈ। ਇਹ ਬਿਮਾਰੀ ਤੁਹਾਡੇ ਅੰਦਰ ਤਾਂ ਵੱਧਦੀ ਹੈ ਜਦੋਂ ਕਿਸੇ ਮਨੁੱਖ ਨੂੰ ਦੇਖ ਲੈਂਦੇ ਹੋ, ਉਸੇ ਟਾਈਮ ਉਹਤੇ ਗੁੱਸਾ ਆ ਜਾਂਦਾ ਵੀ ਇਹਨੇ ਮੇਰੇ ਨਾਲ ਐਵੇਂ ਕਰਿਆ ਸੀ। ਉਦੋਂ ਬਿਮਾਰੀ ਤੁਹਾਨੂੰ ਲੱਗਦੀ ਹੈ। ਰਾਜਾ ਸ਼ਾਉਲ ਕੀ ਕਰਦਾ ਸੀ? ਸ਼ਾਉਲ ਰਾਜਾ ਵੀ ਏਦਾਂ ਹੀ ਕਰਦਾ ਸੀ। ਉਹ ਜਿਹੜੇ ਵੀ ਉਹਨੂੰ ਮਸੀਹ ਲੋਕ ਮਿਲਦੇ ਸੀ ਉਸੇ ਦੀ ਗਰਦਨ ਮੋੜ ਦਿੰਦਾ ਸੀ, ਕਿਸੇ ਦੀ ਗਰਦਨ ਵੱਢ ਦਿੰਦਾ ਸੀ, ਕਿਸੇ ਨੂੰ ਕੁਛ ਕਰ ਦਿੰਦਾ ਸੀ, ਉਹਨੂੰ ਮਾਰ ਦਿੰਦਾ ਸੀ। ਮਸੀਹ ਦੇ ਨਾਮ ਤੋਂ ਨਫ਼ਰਤ ਕਰਦਾ ਸੀ, ਲੋਕਾਂ ਤੋਂ ਨਫ਼ਰਤ ਕਰਦਾ ਸੀ ਜਿਹੜੀ ਯਿਸੂ ਦੇ ਨਾਲ ਚੱਲਦੇ ਸੀ। ਮੇਰੇ ਪਿਆਰਿਓ, ਇੱਕ ਦਿਨ ਏਦਾਂ ਦਾ ਆਇਆ, ਪਰਮੇਸ਼ਰ ਨੇ ਉਹਨੂੰ ਅੰਨਾ ਕਰ ਦਿੱਤਾ। ਦੋਨੇ ਅੱਖਾਂ ਦੀ ਰੋਸ਼ਨੀ ਲੈ ਲਈ ਉਹਦੀ। ਜਦੋਂ ਦੋਨੇ ਅੱਖਾਂ ਦੀ ਰੋਸ਼ਨੀ ਲੈ ਲਈ ਤਾਂ ਇੱਕ ਖੁੰਝੇ ਦੇ ਵਿੱਚ ਪਿਆ ਟੌਰ ਨਾਲ, ਉੱਥੇ ਉਹਨੂੰ ਮੱਖੀਆਂ ਖਾ ਰਹੀਆਂ ਨੇ ਤੇ ਬੈਠਿਆ। ਨਾ ਉਹਨੂੰ ਵਾਸ਼ਰੂਮ ਦਾ ਪਤਾ, ਨਾ ਉਹਨੂੰ ਲੈਟਰਿੰਗ ਦਾ ਪਤਾ, ਨਾ ਉਹਨੂੰ ਖਾਣ ਦਾ ਪਤਾ, ਨਾ ਉਹਨੂੰ ਪਾਣ ਦਾ ਪਤਾ, ਨਾ ਨਹਾਉਣ ਦਾ ਪਤਾ, ਕਿਉਂਕਿ ਦਿਖਦਾ ਹੀ ਨਹੀਂ। ਜਦੋਂ ਉਹਨੂੰ ਕੁਝ ਪਤਾ ਨਹੀਂ ਸੀ ਤਾਂ ਜਦੋਂ 2-4 ਮਹੀਨੇ ਲੰਘੇ, ਉਹ ਪਰਮੇਸ਼ਰ ਨੇ ਫੇਰ ਆਪਣੇ ਇੱਕ ਦਾਸ ਨੂੰ ਭੇਜਿਆ, ਕਹਿੰਦਾ ਜਾ ਉਹ ਰਾਜੇ ਸ਼ਾਉਲ ਨੂੰ ਕਹਿ ਮੈਂ ਤੈਨੂੰ ਠੀਕ ਕਰਨ ਲਈ ਆਇਆ। ਹਾਲੇਲੂਇਆ, ਹਾਲੇਲੂਇਆ। ਉਹ ਜਦੋਂ ਰਾਜੇ ਸ਼ਾਉਲ ਦੇ ਕੋਲ ਗਿਆ, ਇੱਕ ਨਬੀ ਉਹਨੇ ਕਿਹਾ, ਕਹਿੰਦਾ ਦੇਖ ਮੈਨੂੰ ਖੁਦਾ ਨੇ ਤੇਰੇ ਕੋਲ ਭੇਜਿਆ ਕਿ ਜਿਹੜੇ ਤੈਨੇ ਲੋਕਾਂ ਨੂੰ ਸਤਾਇਆ, ਇਹ ਸਜ਼ਾ ਤੈਨੂੰ ਉਹਨਾਂ ਲੋਕਾਂ ਦੀ ਮਿਲੀ ਹੈ। ਜਿਹੜੇ ਲੋਕ ਤੈਨੇ ਮਾਰੇ ਨੇ, ਇਹ ਸਜ਼ਾ ਤੈਨੂੰ ਉਹਨਾਂ ਲੋਕਾਂ ਦੀ ਮਿਲੀ ਹੈ। ਨਹੀਂ, ਪਰਮੇਸ਼ਰ ਤੈਨੂੰ ਅੰਨਾ ਨਹੀਂ ਸੀ ਕਰਦਾ। ਅੱਜ ਤੌਬਾ ਕਰ, ਅੱਜ ਪਰਮੇਸ਼ਰ ਦੇ ਅੱਗੇ ਆਪਣੇ ਘੁਟਨੇ ਨੀਵੇਂ ਕਰ। ਮੈਂ ਦਾਅਵੇ ਨਾਲ ਕਹਿਣਾ, ਤੇਰੀਆਂ ਇਹ ਸੁੱਕੀਆਂ ਅੱਖਾਂ ਦੇ ਵਿੱਚੋਂ ਰੋਸ਼ਨੀ ਆ ਜਾਣੀ ਹੈ। ਹਾਲੇਲੂਇਆ, ਹਾਲੇਲੂਇਆ। ਮੇਰੇ ਪਿਆਰਿਓ, ਜਦੋਂ ਹੀ ਰਾਜੇ ਸ਼ਾਉਲ ਨੇ ਆਪਣੀ ਤੌਬਾ ਕੀਤੀ, ਪਰਮੇਸ਼ਰ ਦੇ ਸਾਹਮਣੇ ਗਿੜਗੜਾਇਆ, ਪਰਮੇਸ਼ਰ ਦੇ ਸਾਹਮਣੇ ਘੁਟਨੇ ਟੇਕੇ, ਉਸੇ ਟਾਈਮ ਉਹਦੀ ਰੋਸ਼ਨੀ ਵਾਪਸ ਆ ਗਈ ਤੇ ਉਹਨੂੰ ਦਿਖਣ ਲੱਗ ਗਿਆ। ਇੱਕ ਦਿਨ ਏਦਾਂ ਦਾ ਆਇਆ ਕਿ ਉਹ ਦੁਬਾਰੇ ਫੇਰ ਰਾਜ ਕਰਨ ਲੱਗ ਪਿਆ। ਹਾਲੇਲੂਇਆ, ਆਮੀਨ, ਹਾਲੇਲੂਇਆ। ਉਹਨੇ ਰਾਜ ਤਾਂ ਕੀਤਾ ਹੀ ਕੀਤਾ ਸੀ, ਲੇਕਿਨ ਫਿਰ ਉਹਨੇ ਪ੍ਰਚਾਰ ਵੀ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਮੇਰਾ ਯਿਸੂ ਅੰਨਿਆਂ ਨੂੰ ਅੱਖਾਂ ਦਿੰਦਾ ਹੈ। ਕਿਉਂ? ਕਿਉਂਕਿ ਉਹ ਅੰਨਾ ਸੀ ਜਿਹਦੀਆਂ ਅੱਖਾਂ ਖੋਲ ਦਿੱਤੀਆਂ ਸੀ। ਦੇਖੋ ਮੇਰਾ ਪਰਮੇਸ਼ਰ ਅੰਨੇ ਨੂੰ ਦੇਖਣ ਲਗਾ ਦਿੰਦਾ ਹੈ, ਉਹ ਲੰਗੜੇ ਨੂੰ ਚੱਲਣ ਲਗਾ ਦਿੰਦਾ ਹੈ, ਉਹ ਫਲਾਨਾ ਕਰਦਾ, ਉਹ ਢਿਮਕਾਨਾ ਕਰਦਾ। ਮੇਰੇ ਪਿਆਰਿਓ, ਅੱਜ ਦੇਖੋ ਤੁਸੀਂ ਵੀ ਰਾਜੇ ਸ਼ਾਉਲ ਦੀ ਤਰ੍ਹਾਂ ਔਰ ਰਾਜੇ ਬਣ ਕੇ ਜਾਓਗੇ ਇਸ ਜਗ੍ਹਾ ਤੋਂ। ਹਾਲੇਲੂਇਆ, ਹਾਲੇਲੂਇਆ। ਜੇ ਅੱਜ ਆਪਣੇ ਦਿਲ ਦੇ ਵਿੱਚੋਂ ਉਹ ਨਫ਼ਰਤ ਨੂੰ ਕੱਢੋਗੇ, ਜੇ ਉਹ ਵੈਰ ਵਿਰੋਧ ਦੀ ਭਾਵਨਾ ਨੂੰ ਕੱਢੋਗੇ, ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਇਹ ਬਿਮਾਰੀ ਤਾਂ ਆਈ ਆ ਸਾਡੇ ਉੱਤੇ ਕਿਉਂਕਿ ਅਸੀਂ ਹਜੇ ਤੱਕ ਕਿਸੇ ਨੂੰ ਮਾਫ ਨਹੀਂ ਕੀਤਾ।
ਅਸੀਂ ਦਿਲ ਦੇ ਵਿੱਚ ਕੜਵਾਹਟ ਲੈ ਕੇ ਬੈਠੇ ਹਾਂ, ਅਸੀਂ ਮਾਫ ਨਹੀਂ ਕੀਤਾ। ਜਿਸ ਦਿਨ ਤੁਸੀਂ ਮਾਫ ਕਰ ਦਿੱਤਾ ਉਸ ਦਿਨ ਬਿਮਾਰੀ ਦਾ ਖਾਤਮਾ ਹੋ ਜਾਣਾ ਹੈ ਤੇ ਤੁਹਾਨੂੰ ਵੱਡੀ ਬਲੇਸਿੰਗ ਮਿਲ ਜਾਣੀ ਹੈ। ਹਾਲੇਲੂਇਆ। ਆਮੀਨ। ਕਿਉਂ ਬਿਮਾਰੀਆਂ ਆਉਂਦੀਆਂ ਨੇ? ਰੀਜ਼ਨ ਇਹੀ ਹੈ। ਇਸੇ ਕਰਕੇ ਸਾਨੂੰ ਬਿਮਾਰੀਆਂ ਆਉਂਦੀਆਂ ਨੇ ਵੀ ਲੈ ਭਾਈ ਤੌਬਾ ਕਰ ਲੈ ਰੱਬ ਦੇ ਅੱਗੇ ਬੈਠ ਕੇ, ਆਪਣੇ ਘੁਟਨੇ ਨੂੰ ਟੇਕ ਲੈ ਰੱਬ ਦੇ ਅੱਗੇ ਬੈਠ ਕੇ, ਦੇਖ ਪਰਮੇਸ਼ਰ ਯੁੱਗ ਦੇ ਅੰਤ ਤੱਕ ਤੇਰੇ ਨਾਲ ਹੈ। ਹਾਲੇਲੂਇਆ। ਅਗਲਾ ਵਚਨ ਪੜ੍ਹਦੇ ਬੇਟਾ। ਅਤੇ ਤੁਹਾਨੂੰ 10 ਦਿਨਾਂ ਤੀਕ ਬਿਪਤਾ ਹੋਵੇਗੀ। ਕਿੰਨੇ ਦਿਨਾਂ ਤੱਕ? 10 ਦਿਨਾਂ। ਜੇ ਕਿਸੇ ਨੂੰ ਵੀ ਬਿਮਾਰੀ ਅੱਜ ਭਿਆਨਕ ਤੋਂ ਭਿਆਨਕ ਹੈ, ਉਹ ਮੈਂ ਨਹੀਂ ਕਹਿੰਦਾ, ਪਵਿੱਤਰ ਸ਼ਾਸਤਰ ਕਹਿੰਦਾ ਹੈ 10 ਦਿਨਾਂ ਤੱਕ ਤੁਹਾਨੂੰ ਉਹ ਬਿਮਾਰੀ ਰਹਿ ਸਕਦੀ ਆ ਔਰ 11ਵੇਂ ਦਿਨ ਉਹਨੂੰ ਛੱਡ ਕੇ ਜਾਣਾ ਪਊਗਾ ਯਿਸੂ ਦੇ ਨਾਮ ਦੇ ਵਿੱਚ। ਜੇ ਤੁਸੀਂ ਅੱਜ ਹੀ ਮਾਫੀ ਮੰਗੋਗੇ ਕਿ ਪ੍ਰਭੂ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਜਾਂ ਜਿਨ੍ਹਾਂ ਨੂੰ ਮੈਂ ਤੰਗ ਕੀਤਾ, ਮੈਂ ਉਹਨਾਂ ਤੋਂ ਮਾਫੀ ਮੰਗਦਾ ਤੇ ਉਹਨਾਂ ਨੂੰ ਮਾਫ ਕਰਦਾ, ਤੂੰ ਮੈਨੂੰ ਸਵਰਗ ਚੋਂ ਮਾਫ ਕਰ ਦੇ। ਤੁਸੀਂ ਦੇਖਿਓ ਜਿਹੜੀ ਤੁਹਾਡੇ ਸਰੀਰ 'ਚ ਬਿਮਾਰੀ ਹੈ 10 ਦਿਨਾਂ ਦੀ ਗਾਰੰਟੀ ਹੈ ਬਾਈਬਲ ਦੇ ਵਿੱਚ ਲਿਖੀ ਹੋਈ। 10 ਦਿਨਾਂ ਤੋਂ ਬਾਅਦ ਉਹ ਬਿਮਾਰੀ ਤੁਹਾਡੇ ਅੰਦਰ ਰਹਿ ਨਹੀਂ ਸਕਦੀ। ਹਾਲੇਲੂਇਆ। ਹਾਲੇਲੂਇਆ। ਜੇ ਸਰੀਰ ਤੁਹਾਡੇ ਪਵਿੱਤਰ ਨਾ ਕਰਦੇ ਪਰਮੇਸ਼ਵਰ ਨੇ। ਅੱਗੇ ਵਚਨ ਪੜ੍ਹਦੇ ਬੇਟਾ। ਤੂੰ ਮਰਨ ਤੋੜੀ ਵਫਾਦਾਰ ਰਹਿ। ਕਦੋਂ ਤੱਕ? ਮਰਨ ਤੋੜੀ। ਬੋਲੋ ਬੋਲੋ, ਕਦੋਂ ਤੱਕ? ਅਸੀਂ ਵਫਾਦਾਰ ਹਾਂ ਮਰਨ ਤੱਕ। ਬੋਲੋ ਕੌਣ ਕੌਣ ਇਸ ਪਾਬੰਦ ਨਾਲ ਵਫਾਦਾਰ ਰਹੇਗਾ ਮਰਨ ਤੱਕ? ਹਾਲੇਲੂਇਆ। ਤਾੜੀ ਲਗਾ ਦਿਓ ਫਿਰ ਸਭ ਜਣ। ਜਿਹੜੇ ਮਰਨ ਤੱਕ ਇਸ ਭਵਨ ਦੇ ਨਾਲ, ਇਸ ਦਾਸ ਦੇ ਨਾਲ ਤੇ ਯਿਸੂ ਮਸੀਹ ਦੇ ਨਾਲ ਵਫਾਦਾਰ ਰਹਿਣਗੇ, ਉਹੀ ਉੱਚੇ ਕੀਤੇ ਜਾਣਗੇ, ਬਾਕੀ ਨਹੀਂ। ਹਾਲੇਲੂਇਆ। ਆਮੀਨ। ਬਾਕੀ ਨਹੀਂ, ਕਿਉਂਕਿ ਵਚਨ ਦੱਸ ਰਿਹਾ, ਮੈਂ ਨਹੀਂ ਬੋਲਦਾ ਕੁਝ ਵੀ, ਮੈਂ ਤਾਂ ਐਕਸਪਲੇਨ ਕਰਕੇ ਦੱਸ ਰਿਹਾ ਤੁਹਾਨੂੰ। ਵਚਨ ਸਾਫ਼-ਸਾਫ਼ ਕਹਿ ਰਿਹਾ। ਹਾਲੇਲੂਇਆ। ਦੁਬਾਰਾ ਪੜ੍ਹਦੇ ਬੇਟੇ ਇਹੀ ਵਚਨ। ਤੂੰ ਮਰਨ ਤੋੜੀ ਵਫਾਦਾਰ ਰਹਿ। ਕੀ ਰਹਿ? ਮਰਨ ਤੱਕ ਵਫਾਦਾਰ। ਹਾਲੇਲੂਇਆ। बोलो पिता परमेश्वर जी, अपना एक हाथ खड़ा करो। बोलो पिता परमेश्वर जी, पिता परमेश्वर जी, मैं वादा करदा हां, मैं वादा करदा हां यीशु मसीह जी दे नाल, यीशु मसीह जी दे मैं नाल, मरण तक तेरे दास दे नाल वफादार रहांगा। वफादार रहांगा यीशु दे नाम दे विच। यीशु दे नाम। हालेलुया। 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 ਉੱਚੀ ਬੋਲਦਾ ਆਮੀਨ। आमीन। हालेलुया। ਇੱਕ ਵਚਨ ਪੜ੍ਹਦੇ ਬੇਟਾ, ਫਿਲਿੱਪੀਆਂ ਦੀ ਕਿਤਾਬ ਉਹਦੀ 1 ਦੀ 29 ਐਤ ਪੜ੍ਹਦੇ। ਫਿਲਿੱਪੀਆਂ ਦੀ ਕਿਤਾਬ 1 ਦੇ ਉਹਦੀ 29। ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ। ਹਾਂ ਭਾਈ ਤੁਸੀਂ ਨਾ ਕੇਵਲ ਉਸ ਉੱਤੇ ਨੇਚਾ ਹੀ ਕਰੋ, ਹਾਂ ਸੰਗੋ ਉਹਦੇ ਲਈ ਦੁੱਖ ਵੀ ਝੱਲੋ। ਹਾਲੇਲੂਇਆ। ਮੇਰੇ ਪਿਆਰਿਓ, ਪਰਮੇਸ਼ਰ ਦੇ ਵਚਨ ਦੇ ਵਿੱਚ ਕੀ ਲਿਖਿਆ ਗਿਆ? ਜਿਹੜੇ ਯਿਸੂ ਦੇ ਨਾਮ ਦੇ ਉੱਤੇ ਤੁਹਾਡੇ ਤੇ ਕਿਰਪਾ ਹੋਈ ਹੈ, ਤੁਸੀਂ ਉਹਦੇ ਲਈ ਦੁੱਖ ਵੀ ਝੱਲਣੇ ਨੇ। ਕੀ ਝੱਲਣਾ? ਦੁੱਖ ਵੀ ਝੱਲਣੇ। ਦੁੱਖ ਇਹ ਨਹੀਂ ਕਿ ਸਾਨੂੰ ਬਿਮਾਰੀ ਆਊਗੀ ਤਾਂ ਅਸੀਂ ਦੁੱਖ ਝੱਲਾਂਗੇ, ਉਹ ਦੁੱਖ ਤਾਂ ਅਲੱਗ ਨੇ। ਉਹ ਦੁੱਖਾਂ ਦੀ ਗੱਲ ਨਹੀਂ ਕਰਦਾ ਮੈਂ ਵੀ ਤੁਹਾਨੂੰ ਬਿਮਾਰੀ ਆ ਗਈ, ਤੁਹਾਡੇ ਪਾਥਰੀਆਂ ਆ ਗਈਆਂ, ਰਸੋਲੀਆਂ ਆ ਗਈਆਂ, ਇਹ ਹੋ ਗਿਆ, ਵਾਹ ਹੋ ਗਿਆ ਤੇ ਇਹ ਦੁੱਖ ਤੁਹਾਨੂੰ ਝੱਲਣੇ ਪੈਣਗੇ। ਨੋ, ਇਹ ਦੁੱਖ ਝੱਲਣੇ ਨਹੀਂ ਪੈਣੇ। ਦੁੱਖ ਉਹ ਝੱਲਣੇ ਪੈਣਗੇ ਜਿਹੜੇ ਲੋਕ ਤੁਹਾਨੂੰ ਸਤਾਉਂਦੇ ਨੇ। ਉਹ ਵੀ ਟਾਈਮ ਸੀ ਜਿਸ ਟਾਈਮ ਮੇਰੇ ਖਿਲਾਫ ਪੂਰਾ ਪਿੰਡ ਹੋ ਗਿਆ ਸੀ ਰੇਤਗੜ। ਕਹਿੰਦੇ ਜੀ ਇਹ ਤਾਂ ਈਸਾਈ ਬਣਾਊਗਾ ਸਾਰਿਆਂ ਨੂੰ। ਕੀ ਕਰੂਗਾ ਇਹ ਤਾਂ ਈਸਾਈ ਬਣਾਊਗਾ। ਇੱਕ ਪਾਸਟਰ ਨੇ ਲਿਖਿਆ, ਉਹ ਕਹਿੰਦਾ ਮੈਂ ਈਸਾਈ ਨਹੀਂ ਬਣਾਉਂਦਾ, ਉਹ ਮੈਂ ਤਾਂ ਸਹੀ ਬਣਾਉਣਾ, ਸਾਰਿਆਂ ਨੂੰ ਵੀ ਸਹੀ ਬਣ ਜਾਓ। ਹਾਲੇਲੂਇਆ। ਹਾਲੇਲੂਇਆ। ਕੀ ਬਣ ਜਾਓ? ਸਹੀ ਬਣ ਜਾਓ। ਉਹ ਸਹੀ ਨਹੀਂ ਬਣਾਉਂਦੇ ਕਿਸੇ ਨੂੰ, ਅਸੀਂ ਕਹਿੰਦਾ ਸਹੀ ਬਣ ਜਾਓ। ਜਿਹੜੇ ਸਹੀ ਬਣ ਜਾਣਗੇ ਉਹਨਾਂ ਨੂੰ ਸੱਚ ਤੇ ਝੂਠ ਦਾ ਵੀ ਪਤਾ ਲੱਗ ਜਾਣਾ ਕਿ ਪਲੰਦੇ ਕਿਹਦੇ ਭਾਰੀ ਨੇ, ਝੂਠ ਦੇ ਭਾਰੀ ਨੇ ਕਿ ਸੱਚ ਦੇ ਭਾਰੀ ਨੇ। ਮੇਰੇ ਪਿਆਰਿਓ, ਇੱਕ ਲਾਸਟ ਵਚਨ, ਇਹੀ ਵਚਨ ਪੜ੍ਹਦੇ ਬੇਟਾ ਦੁਬਾਰਾ। ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ। ਹਾਂ ਭਾਈ ਤੁਸੀਂ ਨਾ ਕੇਵਲ ਉਸ ਉੱਤੇ ਨੇਚਾ ਹੀ ਕਰੋ, ਸੰਗੋ ਉਹਦੇ ਲਈ ਦੁੱਖ ਵੀ ਝੱਲੋ। ਕੀ ਹੋਈ ਹੈ ਤੁਹਾਡੇ ਉੱਤੇ? ਨੇਚਾ। ਬੋਲੋ ਬੋਲੋ, ਕੀ ਹੋਈ ਹੈ ਤੁਹਾਡੇ ਉੱਤੇ? ਜੇ ਤੁਸੀਂ ਯਿਸੂ ਦੇ ਨਾਮ ਦੇ ਉੱਤੇ ਨਿਸ਼ਚਾ ਕੀਤੀ ਹੈ, ਜੇ ਤੁਸੀਂ ਯਿਸੂ ਦੇ ਨਾਮ ਦੇ ਉੱਤੇ ਵਿਸ਼ਵਾਸ ਕੀਤਾ ਹੈ, ਜੇ ਤੁਸੀਂ ਮੰਨਦੇ ਹੋ ਕਿ ਯਿਸੂ ਮਸੀਹ ਮੇਰਾ ਉद्धार ਕਰਦਾ ਹੈ, ਫਿਰ ਪਰਮੇਸ਼ਰ ਕਹਿੰਦਾ ਜਿੰਨੀ ਨਿਸ਼ਚਾ ਤੈਨੇ ਮੇਰੇ ਉੱਤੇ ਕੀਤੀ ਹੈ ਉਹ ਓਨਾ ਹੀ ਮੇਰੇ ਲਈ ਤੈਨੂੰ ਦੁੱਖ ਝੱਲਣਾ ਪਊਗੀ। ਤੂੰ ਤਿਆਰ ਹੈ? ਬੋਲਦੇ ਤੁਸੀਂ ਤਿਆਰ ਹੋ? ਯੈਸ। ਕੀ ਤੁਸੀਂ ਤਿਆਰ ਹੋ ਯਿਸੂ ਦੇ ਲਈ ਦੁੱਖ ਝੱਲਣ ਦੇ ਲਈ? ਯੈਸ। ਜੇ ਲੋਕ ਤੁਹਾਨੂੰ ਬੋਲੀਆਂ ਮਾਰ ਕੇ ਤੁਸੀਂ ਮੁੜ ਕੇ ਜਵਾਬ ਤਾਂ ਨਹੀਂ ਦਿੰਦੇ? ਨੋ।
ਜੇ ਲੋਕ ਤੁਹਾਨੂੰ ਬੋਲੀਆਂ ਮਾਰਨ ਯਿਸੂ ਦੇ ਕਾਰਨ, ਵਚਨ ਦੱਸਦਾ ਹੈ, ਉਹ ਕਹਿੰਦਾ ਜਿਹੜੇ ਮੇਰੇ ਕਾਰਨ ਸਤਾਏ ਜਾਂਦੇ ਨੇ ਉਹ ਧੰਨਵਾਦ ਕਰੋ ਪਰਮੇਸ਼ਰ ਦਾ, ਕਿਉਂਕਿ ਤੁਹਾਡਾ ਨਾਮ ਸਵਰਗ ਦੇ ਵਿੱਚ ਲਿਖਿਆ ਗਿਆ। ਹਾਲੇਲੂਇਆ, ਆਮੇਨ, ਹਾਲੇਲੂਇਆ। ਮੇਰੀ ਇੱਕ ਗੱਲ ਯਾਦ ਰੱਖਿਓ, ਉਸੇ ਬੇਰੀ ਦੇ ਉੱਤੇ ਬੱਟੇ ਪੈਂਦੇ ਨੇ ਜਿਹੜੀ ਬੇਰੀ ਨੂੰ ਮਿੱਠੇ ਬੇਰ ਲੱਗੇ ਹੁੰਦੇ ਨੇ। ਹਾਲੇਲੂਇਆ, ਕਿਹੜੇ ਬੇਰ ਲੱਗੇ ਨੇ? ਮਿੱਠੇ। ਉਹ ਤੁਸੀਂ ਧੰਨਵਾਦ ਕਰੋ, ਤੁਹਾਡੇ ਸਰੀਰਾਂ ਦੇ ਉੱਤੇ ਮਿੱਠੇ ਫਲ ਲੱਗ ਚੁੱਕੇ ਨੇ ਜਿਹੜੇ ਸ਼ੈਤਾਨ ਨੂੰ ਪਸੰਦ ਨਹੀਂ ਆਏ। ਆਮੇਨ। ਜਿਹੜੇ ਸ਼ੈਤਾਨ ਨੂੰ ਪਸੰਦ ਨਹੀਂ ਆਏ ਤਾਂ ਤੁਹਾਡੇ ਡਲੇ ਵੱਜਦੇ ਨੇ। ਉਦੋਂ ਪਹਿਲਾਂ ਕਿਉਂ ਨਹੀਂ ਤੁਹਾਡੇ ਡਲੇ ਵੱਜੇ? ਉਦੋਂ ਪਹਿਲਾਂ ਕਿਉਂ ਨਹੀਂ ਤੁਹਾਨੂੰ ਕਿਹਾ ਕਿਸੇ ਨੇ ਵੀ ਤੂੰ ਐਂ ਕਰਦਾ, ਤੂੰ ਐਂ ਕਰਦਾ? ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਸਹੀ ਕਹਿੰਦੇ ਆ, ਤੇ ਜਿਹੜੇ ਯਿਸੂ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਅਸੀਂ ਗਲਤ ਬਣਾ ਦਿੰਦੇ ਆ। ਕਿਉਂ? ਕਿਉਂਕਿ ਯਿਸੂ ਇੱਕ ਐਦਾਂ ਦੀ ਖਾਦ ਹੈ ਜਿਹੜੀ ਜਿੱਥੇ ਪੈ ਜਾਂਦੀ ਹੈ ਉਹਨੂੰ ਫਲਵੰਤ ਕਰ ਦਿੰਦੀ ਹੈ। ਹਾਲੇਲੂਇਆ, ਹਾਲੇਲੂਇਆ। ਜਿਹੜਾ ਯਿਸੂ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਉਹ ਆਪਣੇ ਫਲਾਂ ਦੇ ਨਾਲ ਲੱਦ ਜਾਂਦਾ ਹੈ ਤੇ ਬੈਰੀ ਉਹਨੂੰ ਦੇਖ ਨਹੀਂ ਸਕਦਾ। ਇਸੇ ਕਰਕੇ ਲੋਕ ਤੁਹਾਨੂੰ ਬੋਲੀਆਂ ਮਾਰਦੇ ਨੇ ਵੀ ਇਹ ਬਦਲ ਗਿਆ। ਕੀ ਹੋ ਗਿਆ? ਇਹ ਬਦਲ ਗਿਆ। ਮੇਰੀ ਯਾਦ ਰੱਖਿਓ, ਜੇ ਤੁਸੀਂ ਬਦਲ ਗਏ ਤਾਂ ਲੋਕ ਜੇ ਤੁਹਾਡੀ ਵਿਰੋਧਤਾ ਕਰਦੇ ਨੇ, ਘਬਰਾਇਓ ਨਾ, ਉਹ ਡਰਿਓ ਨਾ। ਪਰਮੇਸ਼ਰ ਕਹਿੰਦਾ ਉਸ ਤੋਂ ਨਾ ਡਰ ਜਿਹੜਾ ਤੇਰੀ ਦੇਹੀ ਨੂੰ ਮਾਰਦਾ ਹੈ, ਉਸ ਤੋਂ ਡਰ ਜਿਹੜਾ ਮਾਰਨ ਤੋਂ ਬਾਅਦ ਤੁਹਾਨੂੰ ਨਰਕ ਦੇ ਵਿੱਚ ਸੁੱਟਣ ਦਾ ਇਖਤਿਆਰ ਰੱਖਦਾ ਹੈ। ਔਰ ਉਹੀ ਖੁਦਾ ਤੁਹਾਡੇ ਨਾਲ ਵਾਅਦਾ ਕਰਦਾ ਹੈ, ਕਹਿੰਦਾ ਦੇਖ ਯੁੱਗ ਦੇ ਅੰਤ ਤੱਕ ਮੈਂ ਤੇਰੇ ਨਾਲ ਆ, ਭਾਵੇਂ ਤੇਰੇ ਬੈਰੀ 1000 ਹੋ ਜਾਣ ਪਰ ਤੇਰੇ ਸਿਰ ਦਾ ਬਾਲ ਵੀ ਵਿੰਗਾ ਨਹੀਂ ਹੋਣ ਦਿੰਦਾ। ਆਮੇਨ, ਹਾਲੇਲੂਇਆ। ਕਿਸੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ। ਜਦੋਂ ਤੁਸੀਂ ਅੜੇ ਤੇ ਖੜੇ ਰਹਿ ਜਾਓਗੇ ਪਰਮੇਸ਼ਰ ਦੇ ਨਾਲ, ਭਾਵੇਂ ਇੱਕ ਤਰਫ ਹਜ਼ਾਰਾਂ ਲੋਕ ਹੋਣ ਤੇ ਤੁਸੀਂ ਇਕੱਲੇ ਹੋਵੋ, ਤੁਹਾਡੇ ਨਾਲ ਪਰਮੇਸ਼ਰ ਹੋਵੇ, ਉਹ ਜਿੱਤ ਤੁਹਾਡੀ ਇਕੱਲਿਆਂ ਦੀ ਹੋਣੀ ਹੈ, ਹਜ਼ਾਰਾਂ ਦੀ ਨਹੀਂ ਹੋਣੀ। ਹਾਲੇਲੂਇਆ। ਇਹ ਸਭ ਅਸੀਂ ਦੇਖੇ ਨੇ ਮੰਨ ਕੇ, ਕਿਉਂਕਿ ਜਦੋਂ ਮੀਟਿੰਗ ਬੰਦ ਕਰਾਉਣ ਦੇ ਲਈ ਹਜ਼ਾਰਾਂ ਪੁਲਿਸ ਵਾਲੇ ਆ ਗਏ ਸੀ, ਇੱਕ ਪਾਸੇ ਤੁਹਾਡੇ ਦਾਸ ਸੀ ਔਰ ਦੂਜੇ ਪਾਸੇ ਪਰਮੇਸ਼ਰ ਮੇਰੇ ਨਾਲ ਸੀ। ਮੈਨੂੰ ਐਦਾਂ ਸੀ ਕਿ ਮੀਟਿੰਗ ਬੰਦ ਹੋਏਗੀ, ਮੀਟਿੰਗ ਬੰਦ ਹੋਏਗੀ, ਲੇਕਿਨ ਖੁਦਾ ਨੇ ਮੀਟਿੰਗ ਬੰਦ ਨਹੀਂ ਹੋਣ ਦਿੱਤੀ। ਖੁਦਾ ਨੇ ਸ਼ਾਮ ਦੇ 5 ਵਜੇ ਤੱਕ ਮੀਟਿੰਗ ਚਲਾ ਕੇ ਰੱਖੀ। ਹਾਲੇਲੂਇਆ। ਸੋ ਮੇਰੇ ਪਿਆਰਿਓ, ਅੱਜ ਦੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਘਬਰਾਣਾ ਨਹੀਂ ਹੈ। ਭਾਵੇਂ ਤੁਹਾਨੂੰ ਬੋਲੀਆਂ ਮਾਰਦੇ ਨੇ, ਭਾਵੇਂ ਤੁਹਾਨੂੰ ਕੋਈ ਤੰਗ ਕਰਦਾ, ਭਾਵੇਂ ਤੁਹਾਨੂੰ ਕੋਈ ਪਰੇਸ਼ਾਨ ਕਰਦਾ, ਪਰ ਨਹੀਂ, ਘਬਰਾਣਾ ਨਹੀਂ। ਕਿਉਂ? ਕਿਉਂਕਿ ਖੁਦਾ ਤੁਹਾਨੂੰ ਉੱਚੇ ਚੱਕਣਾ ਚਾਹੁੰਦਾ। ਹਾਲੇਲੂਇਆ, ਹਾਲੇਲੂਇਆ। ਤੁਹਾਡੀਆਂ ਲੜਾਈਆਂ ਕੌਣ ਲੜੇਗਾ? ਪਰਮੇਸ਼ਵਰ ਲੜੇਗਾ। ਹਾਲੇਲੂਇਆ। ਤੁਸੀਂ ਚਾਹੁੰਦੇ ਹੋ ਵੀ ਸਾਡੀਆਂ ਲੜਾਈਆਂ ਪਰਮੇਸ਼ਵਰ ਲੜੇ? ਕੌਣ ਕੌਣ ਚਾਹੁੰਦਾ ਹੈ? ਹਾਲੇਲੂਇਆ। ਸੋ ਮੇਰੇ ਪਿਆਰਿਓ, ਮੈਂ ਤੁਹਾਨੂੰ ਦੱਸ ਰਿਹਾ, ਇਸ ਜਗ੍ਹਾ ਤੇ ਪਾਸਟਰ ਗੁਰਚਰਨ ਕੁਝ ਨਹੀਂ ਕਰਦਾ। ਇਸ ਜਗ੍ਹਾ ਤੇ ਖੁਦਾ ਦਾ ਵੱਡਾ ਅਭਿਸ਼ੇਕ ਕੰਮ ਕਰਦਾ ਹੈ ਔਰ ਉਸ ਅਭਿਸ਼ੇਕ ਦੇ ਨਾਲ ਤੁਸੀਂ ਸਾਰੇ ਭਰੇ ਜਾਂਦੇ ਹੋ ਯਿਸੂ ਦੇ ਨਾਮ ਦੇ ਵਿੱਚ। ਆਮੇਨ। ਕਿਹੜਾ ਅਭਿਸ਼ੇਕ ਕੰਮ ਕਰਦਾ ਹੈ? ਉਹੀ ਅਭਿਸ਼ੇਕ ਕੰਮ ਕਰਦਾ ਹੈ ਜਿਹੜਾ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਦੇ ਚਰਚ ਦੇ ਵਿੱਚ, ਖੋਜੇ ਵਾਲਾ ਚਰਚ ਦੇ ਵਿੱਚ ਕੰਮ ਕਰਦਾ ਹੈ। ਕਿਉਂ? ਕਿਉਂਕਿ ਇਹ ਚਰਚ ਉਹਨਾਂ ਦੀ ਬ੍ਰਾਂਚ ਆ, ਖੁਦਾ ਨੇ ਸਾਨੂੰ ਉਹਨਾਂ ਦੇ ਨਾਲ ਜੋੜਿਆ। ਔਰ ਜਦੋਂ ਵੀ ਉਹ ਪ੍ਰੇਅਰ ਕਰਦੇ ਨੇ ਕਿ ਖੁਦਾ ਸਾਡੇ ਬ੍ਰਾਂਚ ਦੇ ਵਿੱਚ ਤੇ ਸਾਡੇ ਪਾਸਟਰ ਨੂੰ ਬਲੇਸਿੰਗ ਦੇ ਤੇ ਉੱਥੇ ਆਉਣ ਵਾਲੇ ਲੋਕਾਂ ਨੂੰ ਸੁਪਰ ਬਲੈਸ ਕਰਕੇ ਤੋਰੀ, ਤਾਂ ਕਿ ਉਹ ਕਹਿਣ ਕਿ ਸੱਚ ਦਾ ਨਾਮ ਸੱਚ ਹੈ। ਹਾਲੇਲੂਇਆ, ਹਾਲੇਲੂਇਆ। ਆਮੇਨ। ਕਿਉਂਕਿ ਬਾਣੀ ਕਹਿੰਦੀ ਹੈ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਕੀ ਕਰੇਗੀ? ਆਜ਼ਾਦ। ਬੋਲੋ ਬੋਲੋ ਬੋਲੋ, ਕੀ ਕਰੇਗੀ? ਇੱਥੇ ਬਿਮਾਰੀ ਵੱਡੀ ਨਹੀਂ ਹੈ। ਜੇ ਤੁਸੀਂ ਕਹਤਾ ਕਿ ਬਿਮਾਰੀ ਵੱਡੀ ਹੈ, ਜੀ ਮੈਨੂੰ ਤਾਂ ਦੇਖੋ ਅਧਰੰਗ ਹੋ ਗਿਆ, ਦੇਖੋ ਜੀ ਮੈਨੂੰ ਤਾਂ ਸ਼ੂਗਰ ਹੋ ਗਿਆ, ਮੇਰੇ ਤਾਂ ਗੋਡੇ ਜੀ ਜਾਮ ਹੋ ਗਏ, ਮੇਰੇ ਤਾਂ ਮੋਢੇ ਜੀ ਜਾਮ ਹੋ ਗਏ, ਮੈਂ ਤਾਂ ਕੁਝ ਕਰ ਨਹੀਂ ਸੀ ਸਕਦਾ। ਉਹ ਮੈਂ ਦਿਖਾਵਾਂ ਤੁਹਾਡੇ ਵਿੱਚ ਅਧਰੰਗ ਵਾਲੇ ਕਿੰਨੇ ਬੈਠੇ ਨੇ ਜਿਹੜੇ ਅੱਜ ਆਏ ਨੇ ਆਪਣੀਆਂ ਲੱਤਾਂ ਤੇ ਚੱਲ ਕੇ? ਹਲੋ, ਦਿਖਾਵਾਂ ਕਿੰਨੇ ਬੈਠੇ ਨੇ? ਕਿੰਨੀਆਂ ਭੈਣਾਂ ਬੈਠੇ ਨੇ ਜਿਨ੍ਹਾਂ ਨੂੰ ਆਮਰ ਹਸਪਤਾਲ ਨੇ, ਕੋਲੰਬੀਆ ਨੇ, ਪੀਜੀਆਈ ਨੇ ਜਵਾਬ ਦੇ ਦਿੱਤਾ ਸੀ ਵੀ ਇਹਨੂੰ ਲੈ ਜਾਓ, ਇਹਦਾ ਮਰ ਗਈ, ਇਹਦਾ ਘਰੇ ਲੈ ਜਾਓ। ਉਹ ਵਿੱਚੇ ਬੈਠੇ ਨੇ ਤੁਹਾਡੇ ਜਿਹੜੇ ਅੱਜ ਤੱਕ ਜਿੰਦਾ ਨੇ, ਮਰੇ ਨਹੀਂ। ਕਿਉਂ? ਜਿਨ੍ਹਾਂ ਦੇ ਨਾਲ ਜਿੰਦਾ ਯਹੋਵਾ ਚੱਲਦਾ ਉਹ ਕਦੇ ਮਰਦੇ ਨਹੀਂ। ਹਾਲੇਲੂਇਆ, ਹਾਲੇਲੂਇਆ। ਸਿਰਫ ਡਰਨ ਦੇ ਨਾਲ ਨਹੀਂ ਕੰਮ ਚੱਲਦਾ, ਖੜਨ ਦੇ ਨਾਲ ਕੰਮ ਚੱਲਦਾ ਹੈ। ਡਰਨ ਦੇ ਨਾਲ ਨਹੀਂ ਕੰਮ ਚੱਲਦਾ ਪਰਮੇਸ਼ਰ ਦੇ ਨਾਲ। ਜੇ ਪਰਮੇਸ਼ਰ ਦੇ ਨਾਲ ਚੱਲਣਾ ਤਾਂ ਫਿਰ ਨਿਡਰਤਾਈ ਦੇ ਨਾਲ ਚੱਲਣਾ ਪਵੇਗਾ। ਭਾਵੇਂ ਇਧਰੋਂ ਡਾਂਗ ਪਵੇ, ਭਾਵੇਂ ਇਧਰੋਂ ਡਾਂਗ ਪਵੇ, ਭਾਵੇਂ ਪਿੱਛੋਂ ਡਾਂਗ ਪਵੇ, ਤੁਹਾਡੀ ਨਿਗਾਹ ਸਿੱਧੀ ਯਿਸੂ ਦੇ ਵੱਲ ਹੋਣੀ ਚਾਹੀਦੀ ਹੈ। ਹਾਲੇਲੂਇਆ।
ਜਿਹੜੇ ਲੋਕ ਤੁਹਾਨੂੰ ਮਾਰਨ ਦੀ ਸਾਜ਼ਿਸ਼ ਕਰਨਗੇ, ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਦਿਨ ਉਹ ਨਾ ਹੋਇਆ ਜਿਹੇ ਨਾਸ਼ ਹੋ ਜਾਣਗੇ, ਔਰ ਤੁਸੀਂ ਖਜੂਰ ਦੇ ਪੇੜ ਦੀ ਤਰ੍ਹਾਂ ਵੱਧਦੇ ਜਾਓਗੇ, ਲੰਬੇ ਦੇ ਲੰਬੇ। ਆਮੀਨ। ਮੇਰੇ ਪਿਆਰਿਓ, ਅੱਜ ਸਾਨੂੰ ਪਰਮੇਸ਼ਰ ਦੇ ਨਾਲ ਚੱਲਣ ਦੀ ਜ਼ਰੂਰਤ ਹੈ। ਲਾਸਟ ਵਚਨ ਪੜ੍ਹਦੇ ਬੇਟਾ, ਜਦੋਂ ਅਸੀਂ ਯਾਕੂਬ ਦੀ ਕਿਤਾਬ ਉਹਦੀ 5 ਅਧਿਆਇ ਦੀ 10 ਆਇਤ ਪੜ੍ਹਦੇ ਹਾਂ। हे मेरे ਭਰਾਵੋ, ਹਾਂ, ਬਚਨ ਕੀ ਕਹਿੰਦਾ? ਹੇ ਮੇਰੇ ਭਰਾਵੋ। ਪ੍ਰਭੂ ਯਿਸੂ ਮਸੀਹ ਕੀ ਕਹਿ ਰਿਹਾ ਸੀ ਲੋਕਾਂ ਨੂੰ ਜਿਹੜੇ ਇਕੱਠ ਹੋ ਰਹੇ ਸੀ? ਕਹਿੰਦਾ ਹੇ ਮੇਰੇ ਭਰਾਵੋ, ਸੁਣੋ ਮੇਰੀ ਗੱਲ ਨੂੰ, ਸੁਣੋ। ਹਾਂਜੀ, ਅੱਗੇ। ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਸਨ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਸੀ। ਹੁਣ ਮੈਂ ਕੀ ਹੈ ਇਸ ਜਗ੍ਹਾ ਤੇ? ਨਬੀ। ਮੈਨੂੰ ਕਿਉਂ ਖੜਾ ਕੀਤਾ ਪਰਮੇਸ਼ਰ ਨੇ? ਮੈਂ ਇਕੱਲਾ ਬੋਲ ਰਿਹਾ ਤੇ ਤੁਸੀਂ ਸਾਰੇ ਸੁਣ ਰਹੇ ਹੋ। ਕਿਉਂ? ਕਿਉਂਕਿ ਖੁਦਾ ਨੇ ਮੈਨੂੰ ਨਬੀ ਬਣਾ ਦਿੱਤਾ। ਕੀ ਬਣਾ ਦਿੱਤਾ? ਨਬੀ ਬਣਾ ਦਿੱਤਾ। ਨਬੀ ਬਣਾ ਦਿੱਤਾ। ਹਾਂਜੀ। ਉਹਨਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਿਓ। ਕੀ ਮੰਨ ਲਿਓ? ਹਾਲੇਲੂਇਆ। ਦੁਬਾਰੇ ਪੜ੍ਹਦੇ ਬੇਟਾ ਇਹ ਬਚਨ। ਉਹਨਾਂ ਨੂੰ ਦੁੱਖ ਝੱਲਣ ਦਾ। ਸ਼ੁਰੂ ਤੋਂ। ਹੇ ਮੇਰੇ ਭਰਾਵੋ, ਹਾਂ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਸਨ, ਹਾਂ, ਉਹਨਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਿਓ। ਕੀ ਮੰਨ ਲਿਓ? ਉਹਨਾਂ ਨੂੰ ਧੀਰਜ ਕਰਨ ਦਾ। ਬੋਲ ਦਿਓ। ਕਹਿੰਦਾ ਜਿਹੜੇ ਮੇਰੇ ਸੰਤ ਤੇ ਮੇਰੇ ਦਾਸ ਤੇ ਮੇਰੇ ਸੇਵਕ ਖੜ ਕੇ ਤੁਹਾਡੇ ਸਾਹਮਣੇ ਖੜੇ ਨੇ, ਜਦੋਂ ਪ੍ਰਚਾਰ ਕਰ ਰਹੇ ਨੇ ਤੁਹਾਡੇ ਸਾਹਮਣੇ ਖੜ ਕੇ, ਉਹਨਾਂ ਤੋਂ ਸਿੱਖ ਲਿਓ ਵੀ ਦੁੱਖ ਦੇ ਵਿੱਚ ਕਿਵੇਂ ਖੜਨਾ ਹੈ ਤੇ ਧੀਰਜ ਦੇ ਵਿੱਚ ਕਿਵੇਂ ਖੜਨਾ ਹੈ। ਜਦੋਂ ਵੀ ਇਸ ਜਗ੍ਹਾ ਤੇ ਆਨੇ ਹੋ, ਭਾਵੇਂ ਅਸੀਂ ਰੋਟੀ ਖਾਧੀ ਹੈ ਤੇ ਭਾਵੇਂ ਨਹੀਂ ਖਾਧੀ, ਇਹ ਮੈਟਰ ਨਹੀਂ ਕਰਦਾ, ਪਰ ਤੁਸੀਂ ਕਦੇ ਇਸ ਚਿਹਰੇ ਦੇ ਉੱਤੇ ਦੁੱਖ ਨਹੀਂ ਦੇਖਿਆ। ਤੁਸੀਂ ਕਦੇ ਇਹ ਨਹੀਂ ਕਿਹਾ ਕਿ ਪਾਸਟਰ ਜੀ ਤੁਹਾਡੀ ਜੇਬ 'ਚ ਪੈਸੇ ਹੈ ਵੀ ਨੇ ਜਾਂ ਨਹੀਂ। ਤੁਸੀਂ ਕਦੇ ਇਹ ਨਹੀਂ ਕਿਹਾ ਪਾਸਟਰ ਜੀ ਤੁਹਾਡੇ ਘਰ ਦੇ ਹਾਲਾਤ ਕਿਦਾਂ ਦੇ ਨੇ, ਸਹੀ ਵੀ ਨੇ ਜਾਂ ਟੇਢੇ ਨੇ ਜਾਂ ਨਹੀਂ। ਕੋਈ ਵੀ ਮੈਨੂੰ ਇੱਥੇ ਬੈਠ ਕੇ ਕਹਿ ਸਕਦਾ ਹੈ ਕਿ ਪਾਸਟਰ ਜੀ ਜਿੱਦੇ ਦੇ ਅਸੀਂ ਆਏ ਹਾਂ, ਤੁਹਾਡੇ ਚਿਹਰੇ ਦੇ ਉੱਤੇ ਅਸੀਂ ਉਦਾਸੀ ਦੇਖੀ ਹੈ, ਤੁਹਾਡੇ ਚਿਹਰੇ ਦੇ ਉੱਤੇ ਅਸੀਂ ਨੇ ਦੇਖਿਆ ਇੱਕ ਚਿੰਤਾ ਦਾ ਵਿਸ਼ਾ ਦੇਖਿਆ। ਪਰਮੇਸ਼ਰ ਦਾ ਵਚਨ ਕਹਿੰਦਾ ਜੇ ਤੁਸੀਂ ਕਹਿੰਦਾ ਸਿੱਖਣਾ ਤਾਂ ਮੇਰੇ ਦਾਸ ਤੋਂ ਸਿੱਖੋ ਵੀ ਦੁੱਖ ਕਿਵੇਂ ਝੱਲਣਾ ਹੈ। ਕੀ ਝੱਲਣਾ? ਦੁੱਖ ਕਿਵੇਂ ਝੱਲਣਾ। ਦੁੱਖ ਕਿਵੇਂ ਝੱਲਣਾ ਹੈ ਤੇ ਧੀਰਜ ਕਿਵੇਂ ਰੱਖਣਾ ਹੈ। ਮੇਰੇ ਪਿਆਰਿਓ, ਜੇਕਰ ਸਾਡਾ ਧੀਰਜ ਯਿਸੂ ਮਸੀਹ ਦੇ ਉੱਤੇ ਨਹੀਂ ਹੈ ਤਾਂ ਫਿਰ ਭੁੱਲ ਜਾਓ ਵੀ ਅਸੀਂ ਯਿਸੂ ਮਸੀਹ ਨੂੰ ਪਿਆਰ ਨਹੀਂ ਕਰਦੇ, ਅਸੀਂ ਦਿਖਾਵੇ ਵਾਲੀ ਜ਼ਿੰਦਗੀ ਜੀ ਰਹੇ ਹਾਂ। ਲੋਕ ਜਦੋਂ ਆ ਕੇ ਮੂੰਹ ਦੇ ਉੱਤੇ ਕਹਿ ਦਿੰਦੇ ਨੇ ਉਹ ਤਾਂ ਯਿਸੂ ਮਸੀਹ ਵਾਲਾ ਵੱਡਾ ਬਣਿਆ ਫਿਰਦਾ, ਉਹ ਬੜਾ ਬਾਬਾ ਬਣਿਆ ਫਿਰਦਾ ਹੈ, ਇਹ ਦੁਨੀਆ ਨੂੰ ਗੁੰਮਰਾਹ ਕਰਦਾ ਫਿਰਦਾ। ਉਹ ਜਦੋਂ ਮੂੰਹ ਦੇ ਉੱਤੇ ਬੋਲ ਦਿੰਦੇ ਨੇ ਫਿਰ ਗੱਲਾਂ ਕੌੜੀਆਂ ਤਾਂ ਲੱਗਦੀਆਂ ਨੇ, ਫਿਰ ਅੰਦਰ ਪ੍ਰੇਰ ਦੇ ਵਿੱਚ ਬੈਠ ਕੇ ਕਹਿੰਦਾ ਕਿ ਖੁਦਾ ਉਹਨੂੰ ਮਾਫ ਕਰ ਦੇ, ਯਾਰ ਉਹਨੂੰ ਪਤਾ ਨਹੀਂ ਸੀ ਉਹਨੇ ਕੀ ਬੋਲਤਾ ਮੈਨੂੰ। ਜੇ ਮੈਂ ਦੁਨੀਆਦਾਰੀ ਵਾਲਾ ਹੁੰਦਾ ਤਾਂ ਉਹਦੇ ਫੜ ਕੇ ਮੈਂ ਧੌਣ ਦੋ ਮਾਰੇ ਹੁੰਦੇ ਤੇ ਕੰਨ ਤੇ, ਨਾਲੇ ਉਹਨੂੰ ਭਜਾਇਆ ਹੁੰਦਾ ਤੇ ਨਾਲੇ ਉਹਨੂੰ ਘਰੋਂ ਚੱਕਿਆ ਹੁੰਦਾ ਤੇ ਨਾਲੇ ਕਰਾਇਆ ਹੁੰਦਾ ਪਰਚਾ। ਕਿਉਂ? ਕਿਉਂਕਿ ਮੈਨੂੰ ਖੁਦਾ ਨੇ ਬਦਲ ਦਿੱਤਾ, ਇਸ ਕਰਕੇ ਬਦਲ ਦਿੱਤਾ। ਖੁਦਾ ਦਾ ਵਚਨ ਕਹਿੰਦਾ ਜੇ ਤੁਸੀਂ ਸਿੱਖਣਾ ਤਾਂ ਮੇਰੇ ਦਾਸ ਤੋਂ ਸਿੱਖੋ ਵੀ ਕਿਵੇਂ ਧੀਰਜ ਰੱਖਣਾ, ਕਿਵੇਂ ਨਰਮ ਰਹਿਣਾ, ਕਿਵੇਂ ਅਸੀਂ ਬਣੇ ਰਹਿਣਾ ਖੁਦਾ ਦੇ ਵਿੱਚ। ਸਾਡੇ ਉੱਤੇ ਲੱਖ ਪਰੇਸ਼ਾਨੀਆਂ ਆ ਜਾਣ, ਸਾਡੇ ਉੱਤੇ ਲੱਖ ਮੁਸੀਬਤਾਂ ਆ ਜਾਣ, ਫਿਰ ਵੀ ਸਾਡੀ ਆਵਾਜ਼ ਨੀਵੀਂ ਨਹੀਂ ਪੈਂਦੀ। ਤੁਹਾਨੂੰ ਕੀ ਲੱਗਦਾ ਕਿ ਅਸੀਂ ਸੁਖੀ ਆ? ਤੁਹਾਨੂੰ ਕੀ ਲੱਗਦਾ ਕਿ ਅਸੀਂ ਹਰ ਟਾਈਮ ਹੱਸਦੇ ਰਹਿੰਦੇ ਆ? ਕਿੰਨੇ ਲੋਕਾਂ ਦਾ ਵਜ਼ਨ ਅਸੀਂ ਚੱਕਦੇ ਆ, ਤੁਹਾਨੂੰ ਪਤਾ ਇਸ ਚੀਜ਼ ਦਾ। ਔਰ ਕਿੰਨੇ ਲੋਕ ਸਾਨੂੰ ਰਾਤ ਨੂੰ ਸੌਣ ਵੀ ਨਹੀਂ ਦਿੰਦੇ, ਕਿੰਨੇ ਲੋਕ। ਔਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਹੜੇ ਬੰਦੇ ਦੇ ਕੋਲ ਹਰ ਟਾਈਮ ਫੋਨ ਆਂਦਾ, ਲਓ ਜੀ ਆ ਮਰ ਗਿਆ ਇਹਦੇ ਲਈ ਪ੍ਰਾਰਥਨਾ ਕਰ ਦੋ, ਇਹ ਮਰਨ ਵਾਲਾ ਜੀ ਇਹਦੇ ਲਈ ਪ੍ਰਾਰਥਨਾ ਕਰ ਦੋ, ਇਹਨੂੰ ਇਹ ਡੈਡ ਹੋ ਗਿਆ ਜੀ ਇਹਦੇ ਲਈ ਪ੍ਰਾਰਥਨਾ ਕਰ ਦੋ, ਇਹਦੇ ਪਰਿਵਾਰ 'ਚ ਬਸ ਇਹਨੇ ਕਹਾੜੀ ਮਾਰ ਲਈ ਇਹਦੇ ਲਈ ਪ੍ਰਾਰਥਨਾ ਕਰ ਦੋ, ਜੇ ਨਾ ਕਰੀ ਤਾਂ ਇਹ ਮਰ ਜਾਊਗਾ। ਉਹ ਸਾਰਾ ਦਿਨ ਏਦਾਂ ਦੇ ਫੋਨ ਆਉਂਦੇ ਨੇ। ਤੁਸੀਂ ਦੱਸੋ ਵੀ ਖੁਸ਼ ਰਹੂੰਗਾ ਮੈਂ ਖੁਸ਼ ਹੋ ਜਾਊਂਗਾ ਏਦਾਂ ਦੇ ਫੋਨਾਂ ਦੇ ਨਾਲ? ਫਿਰ ਵੀ ਸਾਡਾ ਯਿਸੂ ਸਾਨੂੰ ਖੁਸ਼ ਰੱਖਦਾ। ਹਾਲੇਲੂਇਆ, ਆਮੀਨ, ਹਾਲੇਲੂਇਆ। ਕਿਉਂ? ਕਿਉਂਕਿ ਧੀਰਜ ਦੇ ਵਿੱਚ ਬਣੇ ਹੋਏ ਆ ਅਸੀਂ ਧੀਰਜ ਕੀਤਾ ਹੋਇਆ ਵੀ ਨਹੀਂ ਖੁਦਾ, ਜਿਹੜੇ ਕੰਮ ਦੇ ਲਈ ਤੂੰ ਸਾਨੂੰ ਖੜੇ ਕੀਤਾ ਹੈ, ਸਾਡੇ ਚਿਹਰੇ ਦੇ ਉੱਤੇ ਤੇਰਾ ਹਮੇਸ਼ਾ ਲਈ ਨੂਰ ਰਹੇ ਪ੍ਰਭੂ। ਔਰ ਜਿਹੜੇ ਲੋਕ ਬਿਮਾਰ ਨੇ ਸਾਨੂੰ ਉਹਨਾਂ ਦੇ ਵਿੱਚ ਇਸਤੇਮਾਲ ਕਰ ਦਾਂਗੇ, ਉਹ ਤੰਦਰੁਸਤ ਹੋ ਜਾਣ ਤੇਰੇ ਨਾਮ ਦੇ ਵਿੱਚ। ਮੇਰੇ ਪਿਆਰਿਓ, ਤੁਸੀਂ ਇੱਕ ਦਿਨ ਆ ਕੇ ਨਬੀ ਦੀ ਜਗ੍ਹਾ ਲੈ ਕੇ ਦੇਖਿਓ।
बड़े भैन भरा होणगे ਜਿਹੜੇ ਕਹਿੰਦੇ ਨੇ ਪਾਸਟਰ ਜੀ ਸਾਡਾ ਫੋਨ ਨਹੀਂ ਚੱਕਦੇ। 1500 ਫੋਨ ਆਉਂਦਾ ਡੇਲੀ ਦਾ, ਦੇਖ ਲਓ ਕੱਢ ਕੇ। ਜਿਹੜੇ ਸਾਨੂੰ ਨੈਗੇਟਿਵ ਕਰਨ ਵਾਲੇ ਫੋਨ ਨੇ, ਲਓ ਜੀ ਆ ਮਰ ਗਿਆ, ਆ ਹੋ ਗਿਆ ਜੀ, ਇਹਦਾ ਬੱਚਾ ਬਿਮਾਰ ਆ ਜੀ, ਇਹਦਾ ਇਹ ਹੋ ਗਿਆ ਜੀ, ਇਹਦਾ ਫਲਾਨਾ ਹੋ ਗਿਆ। ਹੁਣ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਵੀ ਇੱਕ ਪਲ ਦੇ ਲਈ ਸਟ੍ਰੈਸ ਦੇ ਵਿੱਚ ਆ ਸਕਦੇ ਹੋ? ਪਰ ਖੁਦਾ ਦਾ ਧੰਨਵਾਦ ਕਰੋ ਕਿ ਜਦੋਂ ਵੀ ਕਿਸੇ ਦਾ ਵੀ ਫੋਨ ਆਉਂਦਾ ਤਾਂ ਖੁਦਾ ਕੰਮ ਕਰਦਾ ਤੇ ਉਹਨੂੰ ਚੰਗਾ ਕਰਦਾ। ਹਾਲੇਲੂਇਆ, ਹਾਲੇਲੂਇਆ। ਸਾਡੇ ਪ੍ਰਧਾਨ ਜੀ ਬੈਠੇ ਨੇ, ਇੱਕ ਭੈਣ ਦੀ 8ਵੇਂ ਮਹੀਨੇ ਦੇ ਵਿੱਚ ਹੀ ਡਿਲੀਵਰੀ ਹੋ ਗਈ ਤੇ ਉਹਦੀ ਕੁੜੀ ਨੂੰ ਸ਼ੀਸ਼ਿਆਂ ਦੇ ਵਿੱਚ ਲਗਾਇਆ ਹੈ। ਉਹਦੇ ਪਚਦਾ ਨਹੀਂ ਕੁਛ, ਕਿਉਂਕਿ ਗੁਰਦੇ ਨਹੀਂ ਬਣੇ ਤੇ ਲੀਵਰ ਨਹੀਂ ਬਣਿਆ, ਅੰਦਰ ਜਾਣ ਨਹੀਂ ਦਿੰਦੇ। ਕਹਿੰਦੇ ਪਾਸਟਰ ਜੀ ਪ੍ਰੇਅਰ ਕਰੋ ਤੁਸੀਂ, ਇਹ ਬੇਟੀ ਬਚ ਜਾਏ। ਮੈਂ ਇਹਨਾਂ ਨੂੰ ਆਖਿਆ ਫੋਨ ਹੈਂਡ ਫ੍ਰੀ ਕਰਕੇ ਉਹਦੇ ਲਵੇ ਲੈ ਜਾ। ਜਦੋਂ ਲੈ ਕੇ ਗਿਆ, ਜਦੋਂ ਪ੍ਰਾਰਥਨਾ ਕੀਤੀ, ਉਹ ਕੁੜੀ 3 ਵਾਰੀ ਕੰਬਣੀ ਚਾਈ। ਕਿੰਨੇ ਵਾਰੀ? 3 ਵਾਰੀ ਉਹ ਕੰਬਣੀ ਦੇ ਵਿੱਚ ਆਈ। ਮੈਨੂੰ ਕਹਿੰਦੇ ਜੀ ਮੈਨੂੰ ਲੱਗਦਾ ਵੀ ਖੁਦਾ ਨੇ ਕੰਮ ਕਰਤਾ। ਮੈਂ ਹੁਣ ਉਹ ਮਰਦੀ ਨਹੀਂ ਕਦੇ ਵੀ, ਯਿਸੂ ਦੇ ਨਾਮ ਦੇ ਵਿੱਚ। ਆਮੀਨ। ਸੋ ਮੇਰੇ ਪਿਆਰਿਓ, ਇਹ ਦੇਖਿਆ ਕਰੋ ਵੀ ਦੁੱਖ ਤਾਂ ਝੱਲਣੇ ਪੈਣਗੇ। ਹੁਣ ਜਿਹੜੇ ਪੇਪਰ ਵੰਡਣ ਗਏ ਸੀ ਚਰਚ ਦੇ, ਤਾਂ ਬਹੁਤ ਲੋਕਾਂ ਨੇ ਉਹਨਾਂ ਨੂੰ ਸਵਾਲ ਵੀ ਕੀਤੇ ਹੋਣੇ, ਤੁਹਾਡੇ ਆਈ ਕਾਰਡ ਨਹੀਂ, ਤੁਹਾਡੇ ਫਲਾਨਾ ਨਹੀਂ, ਤੁਸੀਂ ਕਿਹੜੀ ਚਰਚ ਚ ਹੋ, ਤੁਹਾਡੇ ਪਰਚਾ ਕਰਾਵਾਂ, ਤੁਹਾਡੇ ਫਲਾਨਾ ਕਰਾਵਾਂਗੇ। ਹੋਇਆ ਕਿਸੇ ਦੇ ਪਰਚਾ? ਹੋਇਆ ਨਹੀਂ ਹੋਇਆ ਨਾ, ਕਿਉਂਕਿ ਉਹ ਲੋਕ ਡਰਾਉਂਦੇ ਨੇ। ਸ਼ੈਤਾਨ ਤੁਹਾਨੂੰ ਡਰਾ ਸਕਦਾ ਹੈ, ਲੇਕਿਨ ਪਰਮੇਸ਼ਰ ਤੁਹਾਨੂੰ ਉੱਚਾ ਕਰਕੇ ਖੜਾ ਕਰਕੇ ਬਚਾ ਸਕਦਾ ਹੈ। ਹਾਲੇਲੂਇਆ। ਘਬਰਾਣਾ ਨਹੀਂ। ਏਦਾਂ ਦੇ ਹਜ਼ਾਰਾਂ ਤੁਹਾਡੇ ਕੋਲ ਆਣਗੇ ਲੋਕ ਵੀ ਅਸੀਂ ਐਂ ਕਰ ਦਾਂਗੇ, ਅਸੀਂ ਐਂ ਕਰ ਦਾਂਗੇ। ਉਹਨੂੰ ਕਹੇ ਜਿੰਨਾ ਚਿਰ ਮੇਰੇ ਨਾਲ ਮੇਰਾ ਬਾਪ ਹੈ, ਜਿੰਨਾ ਚਿਰ ਮੇਰੇ ਨਾਲ ਮੇਰਾ ਯਿਸੂ ਹੈ, ਉਹ ਤੂੰ ਮੇਰਾ ਬਾਲ ਵੀ ਡਿੰਗਾ ਨਹੀਂ ਕਰ ਸਕਦਾ। ਹਾਲੇਲੂਇਆ, ਹਾਲੇਲੂਇਆ। ਤੁਸੀਂ ਲੋਕਾਂ ਨੂੰ ਨਹੀਂ ਦੁੱਖ ਸੁਣਾਣੇ, ਅਸੀਂ ਦੁੱਖ ਸੁਣਾਣੇ ਨੇ ਆਪਣੇ ਪਰਮੇਸ਼ਵਰ ਨੂੰ। ਕਿਹਨੂੰ ਸੁਣਾਣੇ ਨੇ? ਪਰਮੇਸ਼ਵਰ। ਬੋਲੋ ਬੋਲੋ, ਕਿਹਨੂੰ ਸੁਣਾਣੇ ਨੇ? ਹਾਲੇਲੂਇਆ। ਇਸ ਜਗ੍ਹਾ ਤੇ ਮੈਂ ਦੇਖ ਰਿਹਾ ਇੱਕ ਅਧਰੰਗ ਵਾਲੀ ਭੈਣ ਹੈ ਜਿਹੜੀ ਹਰਿਆਣੇ ਤੋਂ ਆਈ ਆ, ਉਹ ਖੜੀ ਹੋ ਜਾਏ। ਬਲੂ ਚੁੰਨੀ ਵਾਲੀ ਖੜੀ ਹੋ ਜਾਏ। ਹਾਲੇਲੂਇਆ। ਇੱਕ ਅਧਰੰਗ ਵਾਲੀ ਭੈਣ ਹੈ। ਆਜੋ ਅੱਗੇ ਆਜੋ, ਆਜੋ ਚੱਲ ਕੇ ਆਜੋ। ਤੁਸੀਂ ਕਹਿ ਸਕਦੇ ਹੋ ਵੀ ਅਧਰੰਗ ਵਾਲਾ ਬੰਦਾ ਤੁਰ ਸਕਦਾ ਕਦੇ? ਤੁਹਾਡੇ ਸਾਹਮਣੇ ਤੁਰੀ ਆ ਰਹੀ ਹੈ ਇਹ ਭੈਣ। ਉਹ ਵੀ ਟਾਈਮ ਸੀ ਜਦੋਂ ਇਹਨੂੰ ਮੰਜੇ ਦੇ ਉੱਤੇ ਚੱਕ ਕੇ ਲੈ ਕੇ ਆਏ ਸੀ 4 ਜਣੇ। ਉਹ ਵੀ ਟਾਈਮ ਸੀ ਜਦੋਂ ਇਹਨੂੰ ਬੋਲਣਾ ਨਹੀਂ ਸੀ ਆਉਂਦਾ। ਉਹ ਵੀ ਟਾਈਮ ਸੀ ਜਦੋਂ ਇਹਦੀ ਜ਼ੁਬਾਨ ਬੰਦ ਹੋ ਗਈ ਸੀ। ਅੱਜ ਉਹ ਵੀ ਟਾਈਮ ਹੈ ਜਦੋਂ ਇਹ ਆਪਣੇ ਪੈਰਾਂ ਤੇ ਚੱਲ ਕੇ ਆ ਰਹੀ ਹੈ ਯਿਸੂ ਦੇ ਨਾਮ ਦੇ ਵਿੱਚ। ਆਮੀਨ, ਹਾਲੇਲੂਇਆ। ਜੇ ਸਾਡਾ ਖੁਦਾ ਐਦਾਂ ਦੇ ਪਰਿਵਾਰਾਂ ਨੂੰ ਠੀਕ ਕਰ ਸਕਦਾ ਹੈ, ਇਹਦੀ ਜੀਭ ਵੀ ਬੰਦ ਕਰ ਦਿੱਤੀ ਸ਼ੈਤਾਨ ਨੇ ਕਿ ਬੋਲ ਨਹੀਂ ਸਕਦੇ ਤੁਸੀਂ। ਇਹਦੀ ਜੀਭ ਵੀ ਬੰਦ ਕਰਤੀ ਸੀ ਸ਼ੈਤਾਨ ਨੇ ਕਿ ਇਹ ਬੋਲ ਨਹੀਂ ਸਕਦੀ। ਇਹ ਇਸ਼ਾਰਿਆਂ 'ਚ ਗੱਲ ਕਰਨੀ ਸ਼ੁਰੂ ਕਰ ਦਿੰਦੀ ਸੀ। ਹਾਂਜੀ, ਤੁਹਾਡਾ ਨਾਮ ਕੀ ਹੈ? ਰਮਨਾ। ਹਾਲੇਲੂਇਆ। ਗੋਡ ਬਲੈਸ ਯੂ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇ। ਬੈਠੋ। ਹੁਣ ਤੁਸੀਂ ਮੈਨੂੰ ਦੱਸੋ ਵੀ ਸਭ ਤੋਂ ਵੱਡਾ ਡਾਕਟਰ ਕੌਣ ਹੈ? ਯਿਸੂ। ਬੋਲੋ ਬੋਲੋ, ਕੌਣ ਹੈ ਸਭ ਤੋਂ ਵੱਡਾ ਡਾਕਟਰ? ਕੌਣ ਹੈ? ਯਿਸੂ। ਹਾਲੇਲੂਇਆ, 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 ਹਾਲੇਲੂਇਆ। ਅੱਜ ਪਰਮੇਸ਼ਰ ਕੁਝ ਕਰਨਾ ਚਾਹੁੰਦਾ ਇਸ ਮੰਡਲੀ ਦੇ ਵਿੱਚ। ਕੀ ਕਰਾਉਣ ਦੇ ਲਈ ਤੁਸੀਂ ਤਿਆਰ ਹੋ? ਹਾਲੇਲੂਇਆ। ਚਲੋ ਫਿਰ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਆਪਾਂ ਆਪਣੇ ਸਾਰੇ ਜਣ। ਦੇਖਿਓ ਤੁਹਾਡੇ ਸਰੀਰਾਂ ਦੇ ਦੁੱਖ ਸਾਰੇ ਗਾਇਬ ਹੋ ਜਾਣਗੇ ਤੇ ਅੱਜ ਦੇ ਬਾਅਦ ਤੁਹਾਨੂੰ ਮਸੀਹ ਦੇ ਦੁੱਖ ਲੋਕ ਸਤਾਉਣੇ ਸ਼ੁਰੂ ਹੋਣਗੇ, ਕਿਉਂਕਿ ਤੁਹਾਡੇ ਬੂਟਿਆਂ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ। ਹਾਲੇਲੂਇਆ। ਆਓ ਸਭ ਤੋਂ ਪਹਿਲਾਂ ਅਸੀਂ ਆਨਲਾਈਨ ਦੇ ਲਈ ਪ੍ਰੇਅਰ ਕਰਦੇ ਹਾਂ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਜੀ, ਜਿੱਥੇ ਵੀ ਤੇਰਾ ਬੀਜ ਬੀਜਿਆ ਗਿਆ ਪਿਤਾ, ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਮੇਰੇ ਪ੍ਰਭੂ, ਆਓ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਜੀਵਨਾਂ ਨੂੰ ਸੁਪਰ ਬਲੈਸ ਕਰ ਦਿਓ ਔਰ ਮਸੀਹ ਦਾ ਦੁੱਖ ਝੱਲਣ ਦੇ ਲਈ ਉਹ ਤਿਆਰ ਹੋ ਜਾਣ ਪਿਤਾ, ਕਿਉਂਕਿ ਤੇਰਾ ਵਚਨ ਦੱਸਦਾ ਹੈ ਜੋ ਮੇਰੇ ਪਿੱਛੇ ਆਣਾ ਚਾਹੇ ਉਹ ਆਪਣੀ ਮੌਤ ਦਾ ਇਨਕਾਰ ਕਰਕੇ ਆਵੇ। ਮੇਰੇ ਪ੍ਰਭੂ, ਸੱਚਮੁੱਚ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਤੇਰੇ ਨਾਮ ਦੇ ਵਿੱਚ ਲੋਕ ਬਚਣੇ ਸ਼ੁਰੂ ਹੋ ਜਾਣ, ਵੱਡੀਆਂ ਗਵਾਈਆਂ ਹੋਣ ਔਰ ਜੋ ਵੀ ਦੇਖ ਰਹੇ ਨੇ ਪ੍ਰਭੂ ਉਹਨਾਂ ਦੇ ਜੀਵਨ ਸੁਪਰ ਬਲੈਸ ਹੋ ਜਾਣ। ਯਿਸੂ ਦੇ ਨਾਮ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੋਂ। ਆਮੀਨ। ਗੋਡ ਬਲੈਸ। ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਹਰ ਸਮੇਂ ਪਰਮੇਸ਼ਵਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਦਸਵੰਧ
ਆਫਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ। ਸਤਸੰਗ ਦਾ ਸਮਾਂ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ, ਜਿੱਥੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈ ਮਸੀਹ।